ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਬਿਨਾਸਨ ਸੋਇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਹਰਾ। ਤਿਸ ਦਿਨ ਤੇ ਸ਼੍ਰੀ ਹਰਿ ਕ੍ਰਿਸ਼ਨ ਆਇਸ ਕੀਨਸ ਦਾਸ। ਸਿੱਖ ਸੰਗਤ ਟਿਕ ਦੂਰ ਕੇ ਆਏ ਨਹੀਂ ਕੋ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਬੜਭਾਗੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ ਹੋ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਰੋਜ਼ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰ ਹੋ ਕੇ ਸਰਵਣ ਕਰਦੇ ਹੋ। ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਜਿਨ੍ਹਾਂ ਨੇ ਦਿੱਲੀ ਸ਼ਹਿਰ ਉੱਤੇ ਬੜੀ ਕਿਰਪਾ ਕੀਤੀ, ਲੋਕਾਂ ਦਾ ਦੁੱਖ ਆਪਣੇ ਤੇ ਲੈ ਲਿਆ, ਸਾਰੇ ਸ਼ਹਿਰ ਦੇ ਦੁੱਖ ਦੂਰ ਕਰ ਦਿੱਤੇ, ਤੇ ਜਿਹੜਾ ਉੱਥੇ ਸੀਤਲਾ ਦਾ ਦੁੱਖ ਫੈਲਿਆ ਸੀ, ਆਪਣੇ ਸਰੀਰ ਤੇ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਦੀਆਂ ਤਿਆਰੀਆਂ ਕਰ ਬੈਠੇ ਹਨ। ਉਸ ਵੇਲੇ ਮਹਾਰਾਜ ਜੀ ਦੇ ਕੋਲ ਜਿੰਨੀ ਵੀ ਸੰਗਤ ਸੀ, ਮਹਾਰਾਜ ਨੇ ਉਹਨਾਂ ਨੂੰ ਕਹਿਤਾ ਵੀ ਹੁਣ ਸਾਡੇ ਕੋਲ ਕੋਈ ਨਾ ਆਵੇ। ਜਿਸ ਸਿੱਖ ਨੂੰ ਕੋਈ ਬਹੁਤ ਜ਼ਰੂਰੀ ਕਾਰਜ ਹੋਵੇ ਉਹ ਹੀ ਆ ਸਕਦਾ ਸੀ। ਐਸਾ ਸਤਿਗੁਰੂ ਪਾਤਸ਼ਾਹ ਜੀ ਨੇ ਚੋਜ ਰਚਿਆ ਹੈ। ਆਓ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਸ ਸੱਚਖੰਡ ਗਮਨ ਦੀ ਜੋ ਕਥਾ ਆਰੰਭ ਹੋਈ ਹੈ, ਇਹਦੇ ਨਾਲ ਜੁੜ ਜਾਈਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਸ ਦਿਨ ਤੇ ਸ਼੍ਰੀ ਹਰਿ ਕ੍ਰਿਸ਼ਨ ਉਸ ਦਿਨ ਤੋਂ ਸਤਿਗੁਰੂ 8ਵੇਂ ਪਾਤਸ਼ਾਹ ਜੀ ਮਹਾਰਾਜ ਆਇਸ ਕੀਨਸ ਦਾਸ। ਆਪਣੀ ਸੰਗਤ ਨੂੰ ਏਦਾਂ ਹੁਕਮ ਦਿੱਤਾ ਹੈ, ਸਿੱਖ ਸੰਗਤ ਟਿਕ ਦੂਰ ਕੇ ਦੂਰੋਂ ਨੇੜਿਓਂ ਆਈ ਹੋਈ ਸਾਰੀ ਸੰਗਤ ਆਏ ਨਹੀਂ ਕੋ ਪਾਸ। ਉਹ ਸਾਡੇ ਕੋਲ ਨਾ ਆਵੇ। ਜੋ ਪਈ ਜੇ ਜ਼ਰੂਰ ਹੀ ਚਾਹੀਏ ਆਏ। ਜੇ ਕੋਈ ਬਹੁਤ ਹੀ ਜ਼ਰੂਰਤ ਹੈ, ਕੋਈ ਬਹੁਤ ਹੀ ਮਜਬੂਰੀ ਹੈ, ਆਉਣਾ ਹੀ ਹੈ। ਸੋ ਬੁਝ ਹੈ ਪੁਨ ਰੱਬ ਪ੍ਰਵਿਸ਼ਾਏ। ਉਹ ਪਹਿਲਾਂ ਪੁੱਛੇ ਤੇ ਫਿਰ ਅੰਦਰ ਤੰਬੂ ਦੇ ਵਿੱਚ ਪ੍ਰਵੇਸ਼ ਕਰੇ, ਕਿਉਂਕਿ ਬਾਲਾ ਸਾਹਿਬ ਗੁਰੂ ਜੀ ਨੇ ਤੰਬੂ ਲਵਾਏ ਹੋਏ ਸਨ, ਖੁੱਲੀ ਛਾਉਣੀ ਬਣਾਈ ਹੋਈ ਸੀ। ਉੱਥੇ ਸੰਗਤਾਂ ਵੀ ਬੈਠੀਆਂ ਸਨ, ਗੁਰੂ ਦੀ ਫੌਜ ਵੀ ਬੈਠੀ ਸੀ, ਔਰ ਰਾਜੇ ਜੈ ਸਿੰਘ ਦਾ ਤੋਪਖਾਨਾ ਵੀ ਲਾਗੇ ਹੀ ਸੀ। ਮਹਾਰਾਜ ਨੇ ਹੁਕਮ ਦਿੱਤਾ ਵੀ ਸਾਡੇ ਕੋਲ ਉਹੀ ਆਵੇ ਜਿਸ ਨੂੰ ਬਹੁਤ ਜ਼ਿਆਦਾ ਕੋਈ ਮਜਬੂਰੀ ਹੋਵੇ। ਬੰਦੋਬਸਤ ਸਭ ਹੀ ਕਰ ਦੀਨ। ਤੇ ਸਿੱਖਾਂ ਨੇ ਸਾਰਾ ਗੁਰੂ ਸਾਹਿਬ ਦੀ ਆਗਿਆ ਦੇ ਮੁਤਾਬਕ ਹੀ ਬੰਦੋਬਸਤ ਕਰ ਦਿੱਤਾ ਹੈ। ਨਿਕਟ ਨਹੀਂ ਕੋ ਪਹੁੰਚ ਹਚੀਨ। ਕਹਿੰਦੇ ਕੋਲ ਕੋਈ ਪਹੁੰਚ ਨਹੀਂ ਸਕਦਾ, ਐਸਾ ਹੁਕਮ ਦਿੱਤਾ ਹੈ। ਤਨ ਪਰ ਨਿਕਸੇ ਗਨ ਵਿਸਫੋਟ। ਮਹਾਰਾਜ ਦੇ ਸਰੀਰ ਉੱਤੇ ਬਹੁਤ ਸਾਰੇ ਫੋੜੇ
ਨਿਕਲ ਆਏ ਨੇ, ਛਾਲੇ ਪੈ ਗਏ ਨੇ। ਛਾਲੇ ਜਿਹੜੇ ਸੀਤਲਾ ਦੇ ਦਾਣੇ ਹੁੰਦੇ ਆ, ਮਾਤਾ ਦੇ ਦਾਗ ਵੀ ਕਹਿ ਦਿੰਦੇ ਨੇ, ਉਹ ਮਾਤਾ ਦੇ ਜਿਹੜੇ ਵਿਸਫੋਟ ਹਨ, ਛਾਲੇ ਹਨ, ਉਹ ਸਰੀਰ ਤੇ ਨਿਕਲਣ ਲੱਗ ਪਏ ਹਨ। ਸਗਨ ਅਧਿਕ ਕੋ ਦੀਰਘ ਛੋਟ, ਕੋਈ ਵੱਡੇ ਹਨ, ਕੋਈ ਛੋਟੇ ਹਨ, ਕਈ ਪ੍ਰਕਾਰ ਦੇ ਹਨ। ਅਰਨ ਬਰਨ ਸਗਰੋ ਹੋਏ ਆਇਓ, ਸਾਰਾ ਹੀ ਸਤਿਗੁਰਾਂ ਦਾ ਸਰੀਰ ਲਾਲ ਹੋ ਗਿਆ ਹੈ, ਸੋਜਾ ਕੁਛਕ ਦੇਹ ਦ੍ਰਿਸ਼ਟਾਇਓ। ਔਰ ਸਰੀਰ ਦੇ ਉੱਤੇ ਸੋਜਸ ਵੀ ਨਜ਼ਰ ਆਉਂਦੀ ਹੈ। ਤਿਨ ਪ੍ਰਤ ਅਧਿਕ ਅਧਿਕ ਹੀ ਭਇਓ, ਔਰ ਦਿਨੋਂ ਦਿਨ ਇਹ ਜਿਹੜਾ ਦੁੱਖ ਹੈ ਵੱਧਦਾ ਜਾ ਰਿਹਾ ਹੈ। ਪਰਬੋ ਵਿਸਫੋਟਨ ਹੋਏ ਕਯੋ, ਔਰ ਜਿਹੜੇ ਉਹ ਛਾਲੇ ਹਨ ਉਹ ਭਰਨ ਲੱਗ ਪਏ ਨੇ ਸਰੀਰ ਦੇ ਉੱਤੇ। ਜੋ ਸੁਧ ਲੈਬੇ ਆਏ ਮਸੰਦ, ਜਿਹੜੇ ਗੁਰੂ ਘਰ ਦੇ ਮੁਖੀਏ ਮਸੰਦ ਗੁਰੂ ਸਾਹਿਬ ਜੀ ਦੇ ਸਰੀਰ ਦਾ ਸੁਖ ਸ਼ਾਂਤ ਪੁੱਛਣ ਲਈ ਆਉਂਦੇ ਹਨ। ਕੈ ਸੰਗਤ ਨਰਕ ਦੋ ਬਿਲੰਦ, ਜਾਂ ਗੁਰੂ ਕੀਆਂ ਸੰਗਤਾਂ ਆਉਂਦੀਆਂ ਨੇ, ਵੱਡੇ ਛੋਟੇ ਦੂਰੋਂ ਨੇੜਿਓਂ ਸਿੱਖ ਆਉਂਦੇ ਹਨ। ਸਭ ਕੋ ਖਬਰ ਵਹਿਰ ਹੀ ਦੇਤ, ਉਹਨਾਂ ਨੂੰ ਬਾਹਰ ਹੀ ਮਹਾਰਾਜ ਦੇ ਸਰੀਰ ਦੀ ਦੁੱਖ ਸੁੱਖ ਦੀ ਖਬਰ ਦੇ ਦਿੰਦੇ ਹਨ। ਅੰਦਰ ਆਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਸਤਿਗੁਰ ਪੌਡੇ ਬੀਚ ਨਿਕੇਤ, ਸਤਿਗੁਰੂ ਜੀ ਆਪਣੇ ਸਥਾਨ ਦੇ ਅੰਦਰ ਹੀ ਪਲੰਘ ਉੱਤੇ ਬਿਰਾਜੇ ਰਹਿੰਦੇ ਹਨ। ਸ਼ਾਹੋ ਹਮੇਸ਼ ਪਠਹਿ ਉਮਰਾਵ, ਬਾਦਸ਼ਾਹ ਔਰੰਗਜ਼ੇਬ ਹਰ ਰੋਜ਼ ਆਪਣੇ ਉਮਰਾਵ, ਆਪਣੇ ਅਫਸਰ ਗੁਰੂ ਸਾਹਿਬ ਦਾ ਪਤਾ ਲੈਣ ਲਈ ਭੇਜਦਾ ਹੈ। ਅਰ ਆਵਤ ਨਿਤ ਜੈ ਸਿੰਘ ਰਾਵ, ਰਾਜਾ ਜੈ ਸਿੰਘ ਵੀ ਰੋਜ਼ ਮਹਾਰਾਜ ਦੇ ਦਰਸ਼ਨਾਂ ਲਈ ਆਉਂਦਾ ਹੈ। ਸਭ ਤੇ ਉਦਾਸੀਨ ਬ੍ਰਿਤ ਕਰਕੇ, ਪਰ ਗੁਰੂ ਸਾਹਿਬ ਕਿਸੇ ਨਾਲ ਕੋਈ ਬਚਨ ਬਿਲਾਸ ਨਹੀਂ ਕਰਦੇ। ਸੰਸਾਰੀ ਲੋਕਾਂ ਨਾਲੋਂ ਆਪਣੀ ਬਿਰਤੀ ਨੂੰ ਉਪਰਾਮ ਕਰ ਲਿਆ ਹੈ। ਪੌਡੇ ਰਹਿ ਤੁਸ਼ਨੀ ਧਰ ਕੇ, ਔਰ ਮਹਾਰਾਜ ਚੁੱਪ ਕਰਕੇ ਪਲੰਘੇ ਤੇ ਲੇਟੇ ਰਹਿੰਦੇ, ਬਿਰਾਜੇ ਰਹਿੰਦੇ ਹਨ। ਜਾਣਿਓ ਸਭਨ ਪ੍ਰਥਮ ਜਿਮ ਭਇਓ, ਔਰ ਸਾਰਿਆਂ ਨੇ ਜਾਣ ਲਿਆ ਵੀ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਉੱਤੇ ਜੋ ਕਸ਼ਟ ਆਇਆ ਹੈ, ਰਾਮ ਰਾਏ ਜੈਸੇ ਬਚ ਗਿਓ। ਜੋ ਬਾਬੇ ਰਾਮ ਰਾਏ ਨੇ ਬਚਨ ਕੀਤਾ ਸੀ ਵੀ ਇਹ ਸੀਤਲਾ ਦੇ ਖਾਜੇ ਬਣਨਗੇ, ਗੁਰੂ ਸਾਹਿਬ ਜੀ ਨੇ ਉਹ ਬਚਨ ਸਵੀਕਾਰ ਕੀਤਾ ਹੈ। ਸੋ ਅਬ ਸਾਚ ਹੋਏ ਨਹਿ ਟਰੈ, ਉਹ ਬਚਨ ਵੀ ਸੱਚਾ ਹੋਣਾ ਹੈ, ਭਾਵੇਂ ਗੁਰੂ ਸਾਹਿਬ ਟਾਲ ਸਕਦੇ ਸਨ। ਪਰ ਇਹ ਜਾਣ ਕੇ ਵੀ ਬਾਬੇ ਰਾਮ ਰਾਏ ਜੀ ਨੂੰ ਸਾਡੇ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਦਾ ਵਰ ਹੈ ਵੀ ਜੋ ਤੁਸੀਂ ਆਖੋਗੇ ਉਹ ਹੋ ਜਾਵੇਗਾ। ਇਸ ਕਰਕੇ ਮਹਾਰਾਜ ਨੇ ਬਾਬੇ ਰਾਮ ਰਾਏ ਦਾ ਬਚਨ ਟਾਲਿਆ ਨਹੀਂ, ਆਪਣੇ ਪਿਤਾ ਜੀ ਦਾ ਬਚਨ ਜਾਣ ਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਰੀਰ ਤੇ ਏਡਾ ਭਾਰੀ ਕਸ਼ਟ ਸਹਿ ਰਹੇ ਹਨ। ਨਾਹਿਤ ਕਿਮ ਸਤਿਗੁਰ ਇਮ ਪਰੈ, ਨਹੀਂ ਤਾਂ ਗੁਰੂ ਸਾਹਿਬ ਦੇ ਨੇੜੇ ਕੋਈ ਦੁੱਖ ਥੋੜਾ ਆ ਸਕਦਾ ਹੈ। ਸਤਿਗੁਰੂ ਜੀ ਤਾਂ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੇ ਹਨ। ਉਹਨਾਂ ਦੇ ਤਾਂ ਦਰਸ਼ਨ ਕਰਕੇ ਹੀ ਦੁੱਖਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਜਿਨ ਕੇ ਦਰਸ਼ਨ ਤੇ ਮਿਟ ਜਾਏ, ਜਿਨ੍ਹਾਂ ਦੇ ਦਰਸ਼ਨਾਂ ਨਾਲ ਹੀ ਦੁੱਖ ਮਿਟ ਜਾਂਦੇ ਹਨ। ਆਦ ਸੀਤਲਾ ਰੁਜ ਸਮੁਦਾਏ, ਸੀਤਲਾ ਵਰਗੇ ਹੋਰ ਬੜੇ ਭਿਆਨਕ ਰੋਗ ਜਿਹੜੇ ਦਿੱਲੀ 'ਚ ਫੈਲੇ ਹੋਏ ਸਨ, ਲੋਕਾਂ ਨੂੰ ਕਿਸੇ ਨੂੰ ਹੈਜਾ ਹੋ ਗਿਆ ਸੀ, ਕਿਸੇ ਨੂੰ ਸੀਤਲਾ ਹੋ ਗਈ ਸੀ ਤੇ ਬਹੁਤ ਦੁਨੀਆ ਮਰ ਰਹੀ ਸੀ। ਉਹ ਸਾਰੀਆਂ ਹੀ ਬਿਮਾਰੀਆਂ ਮਹਾਰਾਜ ਨੇ ਆਪਣੇ ਦਰਸ਼ਨਾਂ ਨਾਲ ਹੀ ਦੂਰ ਕਰ ਦਿੱਤੀਆਂ ਲੋਕਾਂ ਦੀਆਂ। ਸਿੱਖ ਆਦਿਕ ਪੁਰ ਮਹਿ ਨਰ ਕਨੇ, ਦਿੱਲੀ ਸ਼ਹਿਰ ਵਿੱਚ ਬੜੇ ਹੀ ਗੁਰੂ ਕੇ ਸਿੱਖ ਹਨ, ਬੜੀਆਂ ਗੁਰੂ ਕੀਆਂ ਸੰਗਤਾਂ ਹਨ। ਕਰ ਕਰ ਦਰਸ ਰੋਗ ਸਭ ਹਨੇ, ਜਿੰਨੇ ਵੀ ਹਿੰਦੂ ਮੁਸਲਮਾਨ ਗਰੀਬ ਅਮੀਰ ਵੱਡੇ ਛੋਟੇ ਬਿਮਾਰ ਸਨ, ਉਹ ਗੁਰੂ ਸਾਹਿਬ 8ਵੇਂ ਪਾਤਸ਼ਾਹ ਦੇ ਦਰਸ਼ਨ ਕਰ ਕਰਕੇ ਰਾਜੀ ਹੋ ਗਏ। ਹਿਰਦੇ ਭਾਵਨਾ ਜੋ ਤਰ ਆਏ, ਜਿਹੜਾ ਵੀ ਵਿਅਕਤੀ ਜਿਹੜੀ ਵੀ ਭਾਵਨਾ ਲੈ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਹੈ, ਸਭ ਹਿਨ ਕੇ ਰੋਜ ਗੁਰੂ ਗਵਾਏ। ਉਹਨਾਂ ਦੇ ਰੋਗਾਂ ਨੂੰ, ਦੁੱਖਾਂ ਕਲੇਸ਼ਾਂ ਨੂੰ ਮਹਾਰਾਜ ਸਤਿਗੁਰੂ 8ਵੇਂ ਪਾਤਸ਼ਾਹ ਜੀ ਨੇ ਦੂਰ ਕਰ ਦਿੱਤਾ ਹੈ। ਤਿਨ ਕੇ ਤਨ ਕੋ ਕਿਆ ਦੁਖ ਗਰਾਸੇ, ਜਿਹੜੇ ਸਤਿਗੁਰੂ ਦੂਜਿਆਂ ਦੇ ਦੁੱਖ ਦੂਰ ਕਰਨ ਵਾਲੇ ਹਨ, ਉਹਨਾਂ ਦੇ ਸਰੀਰ ਨੂੰ ਭਲਾ ਕੋਈ ਦੁੱਖ ਕਿਵੇਂ ਆ ਸਕਦਾ ਹੈ। ਕਿਮ ਤਮ ਤੋਮ ਤਰਨ ਕੇ ਪਾਸੇ, ਕਹਿੰਦੇ ਸੂਰਜ ਦੇ ਲਾਗੇ ਹਨੇਰਾ ਕਿਵੇਂ ਆ ਸਕਦਾ ਹੈ। ਮਿਲਹਿ ਗੁਰੂ ਕੇ ਪੌਰਜ ਆਵਹਿ, ਜਿਹੜਾ ਕੋਈ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਗੁਰੂ ਦਰਬਾਰ 'ਚ ਆਉਂਦਾ ਸੀ, ਇਸ ਬਿਦ ਆਪਸ ਬਿਖਾ ਸੁਨਾਵਹਿ। ਉਹ ਇਹੀ ਗੱਲਾਂ ਕਰਦੇ ਸਨ ਵੀ ਇਹ ਤਾਂ ਗੁਰੂ ਸਾਹਿਬ ਦੀ ਆਪਣੀ ਕੋਈ ਖੇਡ ਹੈ, ਇਹ ਉਹਨਾਂ ਦੀ ਖੇਡ ਨੂੰ ਉਹੀ ਜਾਣਦੇ ਹਨ।
ਵੈਸੇ ਮਹਾਰਾਜ ਦੇ ਨੇੜੇ ਕੋਈ ਬਿਮਾਰੀ, ਕੋਈ ਦੁੱਖ, ਕੋਈ ਕਲੇਸ਼, ਕੋਈ ਸੀਤਲਾ, ਕੋਈ ਹੋਰ ਤਰ੍ਹਾਂ ਦਾ ਰੋਗ ਨਹੀਂ ਆ ਸਕਦਾ। ਬੈਸ ਅਲਪ ਗੁਰਤਾ ਅਬ ਪਾਈ। ਛੋਟੀ ਉਮਰ ਦੇ ਵਿੱਚ ਹੀ ਗੁਰਤਾ ਗੱਦੀ ਪ੍ਰਾਪਤ ਕੀਤੀ ਸਤਿਗੁਰੂ 8ਵੇਂ ਪਾਤਸ਼ਾਹ ਜੀ ਨੇ। ਨਹਿ ਆਗਿਆ ਸੰਤਤ ਉਪਜਾਈ। ਅਜੇ ਅੱਗੇ ਔਲਾਦ ਵੀ ਨਹੀਂ ਹੋਈ, ਵਿਆਹ ਵੀ ਨਹੀਂ ਹੋਇਆ ਸਤਿਗੁਰਾਂ ਦਾ, ਤੇ ਸੰਤਾਨ ਬੱਚੇ ਵੀ ਨਹੀਂ ਹੋਏ। ਦਾਸ ਨਹੀਂ ਅਸ ਲਾਇਕ ਕੋਈ। ਤੇ ਗੁਰੂ ਕੀਆਂ ਸੰਗਤਾਂ ਵਿੱਚ ਵੀ ਕੋਈ ਸਿੱਖ ਸੇਵਾਦਾਰ ਐਸਾ ਯੋਗ ਨਹੀਂ ਹੈ ਜਿਹਦੀ ਅਵਸਥਾ ਐਸੀ ਹੋਵੇ ਵੀ ਉਸ ਨੂੰ ਗੁਰਤਾ ਗੱਦੀ ਤੇ ਬਿਠਾਇਆ ਜਾ ਸਕੇ। ਪੁਨ ਗਾਦੀ ਪਰ ਕੋ ਗੁਰ ਹੋਈ। ਗੁਰਤਾ ਗੱਦੀ ਤੇ ਹੁਣ ਕੌਣ ਬੈਠੇਗਾ, ਇਸ ਗੱਲ ਨੂੰ ਬੜਾ ਹੀ ਸੋਚਦੇ ਹਨ ਗੁਰੂ ਕੇ ਸਿੱਖ, ਵਿਚਾਰਦੇ ਹਨ ਵੀ ਜੇ 8ਵੇਂ ਪਾਤਸ਼ਾਹ ਜੀ ਨੂੰ ਕੋਈ ਭਾਣਾ ਵਰਤ ਗਿਆ, ਜੋਤੀ ਜੋਤ ਸਮਾ ਗਏ, ਤਾਂ ਫਿਰ ਇਸ ਗੁਰਤਾ ਗੱਦੀ ਤੇ ਕੌਣ ਸੁਭਾਇਮਾਨ ਹੋਵੇਗਾ। ਚੇਸ਼ਟ ਪੁੱਤਰ ਨਾ ਪਦ ਇਹ ਪਾਏ। ਕਿਉਂਕਿ ਵੱਡੇ ਬਾਬਾ ਰਾਮ ਰਾਏ ਜੀ ਸਨ, ਉਹ ਇਸ ਗੱਦੀ ਤੋਂ ਵਾਂਝੇ ਰਹਿ ਗਏ ਨੇ। ਜਿਨ੍ਹਾਂ ਨੇ ਗੱਦੀ ਦੇਣੀ ਸੀ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਪਿਤਾ ਜੀ ਨੇ ਬਾਬੇ ਰਾਮ ਰਾਏ ਨੂੰ ਗੁਰੂ ਘਰ ਤੋਂ ਹੀ ਖਾਰਜ ਕਰ ਦਿੱਤਾ ਹੈ, ਤੇ ਗੱਦੀ ਛੋਟਿਆਂ ਨੂੰ ਦਿੱਤੀ ਸੀ। ਤੇ ਛੋਟੇ ਵੀ ਹੁਣ ਇਸ ਤਰ੍ਹਾਂ ਦੁੱਖ ਦੇ ਵਿੱਚ, ਕਲੇਸ਼ ਦੇ ਵਿੱਚ ਆ ਗਏ ਹਨ। ਇਹ ਸਰੀਰਕ ਪੀੜਾ ਤੋਂ ਜੇ ਨਾ ਉਭਰੇ ਤਾਂ ਫਿਰ ਕੀ ਬਣੇਗਾ ਇਸ ਗੁਰਤਾ ਗੱਦੀ ਦਾ। ਖਾਰਜ ਕਰਿਓ ਗੁਰ ਹਰਿ ਰਾਏ। ਵੱਡਿਆਂ ਨੂੰ ਤਾਂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਰਜ ਕਰਤਾ ਬਾਬੇ ਰਾਮ ਰਾਏ ਨੂੰ, ਵੀ ਤੂੰ ਗੁਰਬਾਣੀ ਦੀ ਤੁਕ ਉਲਟਾਈ ਹੈ, ਸਾਡੇ ਮੱਥੇ ਹੀ ਨਾ ਲੱਗੀ। ਇਸ ਕਰਕੇ ਬਾਬਾ ਰਾਮ ਰਾਏ ਜੀ ਤਾਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਵੀ ਨਹੀਂ ਕਰ ਸਕੇ। ਉਹਨਾਂ ਨੂੰ ਗੁਰਤਾ ਗੱਦੀ ਤਾਂ ਕੀ ਮਿਲਣੀ ਹੈ। ਭੂਤ ਬਾਰਤਾ ਜਾਨੀ ਪਰ। ਹਾਂ, ਇਹ ਪਿਛਲੇ ਸਮੇਂ ਦੀ ਸਾਰੀ ਵਾਰਤਾ ਜਾਣੀ ਜਾਂਦੀ ਹੈ। ਜੇ ਸਿੱਖ ਸੰਗਤ ਪੂਜਾ ਕਰੈ। ਜਿਹੜੀਆਂ ਗੁਰੂ ਕੀਆਂ ਸਿੱਖ ਸੰਗਤਾਂ ਹਨ, ਗੁਰੂ ਦੀ ਪੂਜਾ ਕਰਦੀਆਂ, ਪਰਮੇਸ਼ਰ ਰੂਪ ਜਾਣ ਕੇ ਗੁਰੂ ਦੇ ਉੱਤੇ ਵਿਸ਼ਵਾਸ ਕਰਦੀਆਂ ਹਨ। ਸਭ ਮਹਿ ਪਰਜਾ ਹੈ ਅਸਰੋਰਾ। ਉਹ ਜਿਹੜੀ ਗੁਰੂ ਨਾਨਕ ਦੀ ਸੰਗਤ ਲੱਖਾਂ ਕਰੋੜਾਂ ਦੇ ਤਾਦਾਦ ਵਿੱਚ ਹੈ, ਉਹਦੇ ਵਿੱਚ ਇੱਕ ਬੜਾ ਭਾਰੀ ਰੌਲਾ ਪੈ ਜਾਏਗਾ, ਬਹੁਤ ਦੁਬਿਧਾ ਖੜੀ ਹੋ ਜਾਏਗੀ ਵੀ ਅਸਲ ਗੁਰੂ ਕੌਣ ਹੈ। ਕੋ ਅਬ ਗੁਰ ਪਾਸ ਕਿਸ ਠਾਰਾ। ਲੋਕ ਪੁੱਛਣਗੇ ਵੀ ਹੁਣ ਕੌਣ ਗੁਰੂ ਹੈ ਤੇ ਕਿੱਥੇ ਰਹਿੰਦੇ ਹਨ ਗੁਰੂ ਇਸ ਵੇਲੇ। ਅਦਭੁਤ ਗਤ ਸ੍ਰੀ ਸਤਿਗੁਰ ਕੇਰੀ। ਸਿੱਖ ਵਿਚਾਰੇ ਸੋਚਦੇ ਨੇ ਵੀ ਮਹਾਰਾਜ ਦੀ, ਸਤਿਗੁਰੂ ਜੀ ਦੀ ਗਤ ਬੜੀ ਅਚਰਜ ਹੈ, ਬੜੀ ਅਦਭੁਤ ਗਤੀ ਹੈ। ਪਤਾ ਨਹੀਂ ਗੁਰੂ ਮਹਾਰਾਜ ਕਿਹੜਿਆਂ ਰੰਗਾਂ ਵਿੱਚ ਰਾਜੀ ਹਨ। ਕੋ ਲਖ ਸਕ ਹੈ ਅਗੰਮ ਕਨੇਰੀ। ਇਹ ਗੁਰੂ ਦੀ ਗਤ ਅਗੰਮ ਅਗਾਧ ਬੋਧ ਹੈ, ਕੋਈ ਲੱਖ ਨਹੀਂ ਸਕਦਾ। ਗੁਰ ਕੀ ਮਹਿਮਾ ਕਿਆ ਕਹੋ, ਗੁਰ ਵਿਵੇਕ ਸਤ ਸਰ। ਉਹ ਆਦ ਜੁਗਾਦੀ ਜੁਗ ਹੈ, ਜੁਗ ਪੂਰਾ ਪਰਮੇਸ਼ਰ। ਸਤਿਗੁਰਾਂ ਦੀ ਗਤ ਮਿੱਤ ਨੂੰ ਕੋਈ ਨਹੀਂ ਜਾਣ ਸਕਦਾ। ਦਿੱਲੀ ਪੁਰ ਕੀ ਸੰਗਤ ਸਾਰੀ। ਦਿੱਲੀ ਸ਼ਹਿਰ ਦੀਆਂ ਲੱਖਾਂ ਸੰਗਤਾਂ ਹਨ ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਗੁਰੂ ਘਰ ਨਾਲ ਜੁੜੀਆਂ ਹੋਈਆਂ ਹਨ। ਮਿਲ ਆਪਸ ਮਹਿ ਕਰਤ ਉਚਾਰੀ। ਉਹ ਦਿੱਲੀ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੀਆਂ ਹਨ। ਰਾਮ ਰਾਏ ਬਿਨ ਸੰਤਤ ਰਹਾ। ਕਿ ਬਾਬਾ ਰਾਮ ਰਾਏ ਜੀ ਦੇ ਤੇ ਔਲਾਦ ਨਹੀਂ ਹੋਣੀ, ਜੇ ਗੱਦੀ ਉਹਨਾਂ ਨੂੰ ਵੀ ਦੇ ਦਿੱਤੀ ਜਾਵੇ ਤਾਂ ਉਹਨਾਂ ਦਾ ਵੀ ਤਾਂ ਕੋਈ ਅੱਗੇ ਵਾਲੀ ਵਾਰਸ ਨਹੀਂ ਹੈ ਨਾ। ਉਹਨਾਂ ਨੂੰ ਮਹਾਰਾਜ ਨੇ ਬਚਨ ਕੀਤਾ 8ਵੇਂ ਪਾਤਸ਼ਾਹ ਜੀ ਨੇ ਕਿ ਬਾਬਾ ਰਾਮ ਰਾਏ ਜੀ ਜਿੰਨੇ ਮਰਜ਼ੀ ਵਿਆਹ ਕਰਾ ਲੈਣ, ਔਲਾਦ ਨਹੀਂ ਹੋਣੀ, ਸੰਤਾਨ ਦਾ ਸਮੂਹ ਨਹੀਂ ਵੇਖਣਗੇ। ਇਸ ਕਰਕੇ ਉਹਨਾਂ ਦੇ ਵੀ ਅੱਗੇ ਗੁਰਤਾ ਗੱਦੀ ਨੂੰ ਸਾਂਭਣ ਵਾਲਾ ਯੋਗ ਵਾਰਸ ਪੈਦਾ ਨਹੀਂ ਹੋ ਸਕਦਾ। ਇਹ ਗੁਰ ਸਰਾਪ ਸਾਚ ਹੀ ਲਹੈ। ਇਹ ਜਿਹੜਾ ਗੁਰੂ ਮਹਾਰਾਜ ਦਾ ਬਚਨ 8ਵੇਂ ਪਾਤਸ਼ਾਹ ਦਾ ਹੋਇਆ ਹੈ, ਇਹਨੂੰ ਵੀ ਕੋਈ ਟਾਲ ਨਹੀਂ ਸਕਦਾ। ਚਾਹੇ ਪੌਰ ਪਰ ਨਮੋ ਕਰੰਤੇ। ਸਿੱਖ ਵਿਚਾਰੇ ਇਦਾਂ ਦੀਆਂ ਸੋਚਾਂ ਸੋਚਦੇ ਹਨ। ਗੁਰਦੁਆਰਾ ਬਾਲਾ ਸਾਹਿਬ ਦਰਵਾਜ਼ੇ ਤੇ ਜਾ ਕੇ ਮੱਥਾ ਟੇਕ ਕੇ ਮੁੜ ਆਉਂਦੇ ਹਨ। ਲੈ ਲੈ ਸੁਧ ਨਿਜ ਤਾਮਸ ਧੰਤੇ। ਤੇ ਮਹਾਰਾਜ ਦੀ ਖਬਰਸਾਰ ਮਸੰਦਾਂ ਨੂੰ ਪੁੱਛਦੇ ਹਨ। ਭਾਈ ਗੁਰਬਖਸ਼ ਵਰਗੇ ਮਸੰਦ ਸੰਗਤਾਂ ਨੂੰ ਮਹਾਰਾਜ ਦੀ ਸਿਹਤ ਬਾਰੇ ਹਰ ਪਲ ਦੀ ਖਬਰ ਦਿੰਦੇ ਰਹਿੰਦੇ ਹਨ। ਸੰਗਤਾਂ ਖਬਰਸਾਰ ਲੈ ਕੇ ਵਾਪਸ ਆਪਣੇ ਆਪਣੇ ਘਰਾਂ ਨੂੰ ਮੁੜ ਜਾਂਦੀਆਂ ਨੇ। ਕਈ ਪ੍ਰੇਮੀ ਦਾ ਰੋਜ਼ ਹੀ ਬਾਲਾ ਸਾਹਿਬ ਦਰਸ਼ਨ ਕਰਨ ਵਾਸਤੇ ਆਉਂਦੇ ਨੇ,
ਪਰ ਵਿਚਾਰਿਆਂ ਨੂੰ ਮਹਾਰਾਜ ਦੇ ਦਰਸ਼ਨ ਨਸੀਬ ਨਹੀਂ ਹੁੰਦੇ। ਚੇਤ ਮਾਸ ਪਾਸ਼ਲ ਪਖ ਮਾਹੀ। ਚੇਤਰ ਦਾ ਮਹੀਨਾ ਆ ਗਿਆ ਤੇ ਚੇਤਰ ਦਾ ਪਿਛਲਾ ਪੱਖ ਜਿਹੜਾ ਸੀ, ਗਏ ਪੰਚਮੀ ਕੋ ਗਰਤਾਹੀ। ਪੰਜਵੀਂ ਵਾਲੇ ਦਿਨ ਚੇਤਰ ਦੇ ਪਿਛਲੇ ਪੱਖ ਵਿੱਚ ਮਹਾਰਾਜ ਉੱਥੇ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਹੈ ਉੱਥੇ ਗਏ ਸਨ। ਪੰਚਮੀ ਵਾਲੇ ਦਿਨ ਚੇਤਰ ਦੀ ਪੰਚਮੀ ਨੂੰ ਬਿਦਤ ਸੀਤਲਾ ਦਿਨ ਖਸ਼ਟੀ ਕੋ। ਤੇ ਛੇਵੀਂ ਵਾਲੇ ਦਿਨ ਪੰਚਵੀਂ ਵਾਲੇ ਦਿਨ ਉੱਥੇ ਗਏ ਸਨ ਤੇ ਖਸ਼ਟੀ ਵਾਲੇ ਦਿਨ ਮਹਾਰਾਜ ਦੇ ਸਰੀਰ ਤੇ ਦਾਣੇ ਨਿਕਲਣੇ ਸ਼ੁਰੂ ਹੋ ਗਏ। ਸੀਤਲਾ ਦੇ ਜਿਹੜੇ ਛਾਲੇ ਹਨ ਉਹਨਾਂ ਦਾ ਪ੍ਰਗਟਾਵਾ ਹੋ ਗਿਆ। ਛੋਟ ਬੜੀ ਬਿਸਫੋਟ ਭਰੀ ਕੋ। ਕਹਿੰਦੇ ਵੱਡੇ ਛੋਟੇ ਛਾਲੇ ਸਰੀਰ ਦੇ ਉੱਤੇ ਹੋ ਗਏ ਸਨ। ਛੇਵੀਂ ਵਾਲੇ ਦਿਨ ਤੋਂ ਹੀ ਸ਼ੁਰੂ ਹੋਇਆ ਸੀ ਇਹ ਕਸ਼ਟ। ਦਿਵਸ ਤ੍ਰੋਤਸੀ ਲੋ ਪਰ ਆਈ। ਤੇ 13ਵੀਂ ਵਾਲੇ ਦਿਨ ਤੱਕ ਸਾਰਾ ਸਰੀਰ ਛਾਲਿਆਂ ਨਾਲ ਭਰ ਗਿਆ ਸੀਗਾ। ਸੀਤਲਾ ਪੂਰੀ ਤਰ੍ਹਾਂ ਸਰੀਰ ਤੇ ਛਾ ਗਈ ਸੀ। ਇੱਥੋਂ ਤੱਕ ਵੀ ਪੈਰਾਂ ਦੀਆਂ ਤਲੀਆਂ ਵਿੱਚ ਵੀ ਛਾਲੇ ਹੋ ਗਏ ਸਨ। ਸਰੀਰ ਦਾ ਕੋਈ ਅੰਗ ਨਹੀਂ ਸੀ ਬਚਿਆ ਜਿਹਦੇ ਤੇ ਸੀਤਲਾ ਦੇ ਨਿਸ਼ਾਨ ਚਿੰਨ ਪ੍ਰਗਟ ਦਿਖਾਈ ਨਾ ਦਿੰਦੇ ਹੋਣ। ਸੇਵਹ ਦਾਸ ਨਿਕਟ ਜੇ ਜਾਈ। ਜਿੰਨੇ ਸਿੱਖ ਸੇਵਾਦਾਰ ਕੋਲ ਵਿਚਾਰੇ ਸੇਵਾ ਕਰਦੇ ਸਨ ਉਹ ਵੀ ਬੜੇ ਚਿੰਤਤ ਸਨ, ਬੜੇ ਫਿਕਰਮੰਦ ਸਨ ਵੀ ਮਹਾਰਾਜ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਹੋਤ ਅਚੰਬੇ ਗਤ ਬਿਖ ਮਨ ਕੀ। ਉਹ ਬੜੇ ਅਚੰਭੇ ਵਿੱਚ ਸਨ। ਗੁਰੂ ਸਾਹਿਬ ਦੀ ਗਤ ਮਿਤ ਦੀ ਸਮਝ ਨਹੀਂ ਸੀ ਆ ਰਹੀ ਵੀ ਜਿਹੜੇ ਸਤਿਗੁਰੂ ਲੱਖਾਂ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਹਨ, ਇੱਕ ਦ੍ਰਿਸ਼ਟੀ ਦੇ ਨਾਲ ਹੀ ਦਾਸ ਕਾ ਦੁੱਖ ਬਿਦਾਰਿਓ, ਦਾਸਾਂ ਦੇ ਸੇਵਕਾਂ ਦੇ ਦੁੱਖ ਦੂਰ ਕਰ ਦਿੰਦੇ ਹਨ। ਜਿਹੜੇ ਸਤਿਗੁਰੂ ਜੀ ਗੂੰਗਿਆਂ ਤੋਂ ਗੀਤਾ ਦੇ ਅਰਥ ਕਰਾ ਦਿੰਦੇ ਹਨ, ਐਸੇ ਸਮਰੱਥ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿੱਡੇ ਭਾਰੀ ਕਸ਼ਟ ਭੋਗ ਰਹੇ ਹਨ। ਹੇ ਗੁਰ ਕਹਾ ਦਸ਼ਾ ਕਿਆ ਤਨ ਕੀ। ਸਿੱਖਾਂ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਹੈ ਸਤਿਗੁਰੂ ਜੀ ਆਪਣੇ ਸਰੀਰ ਦੀ ਕੀ ਦਸ਼ਾ ਬਣਾ ਲਈ ਹੈ। ਇਹ ਕਿੱਡਾ ਭਾਰੀ ਕਸ਼ਟ ਆਪਣੇ ਸਰੀਰ ਤੇ ਲੈ ਰਹੇ ਹੋ। ਦੁੱਖ ਸੁਖ ਸਭ ਹਨ ਕੋ ਤੁਮ ਹਾਥ। ਇਹ ਮਹਾਰਾਜ ਦੁੱਖ ਸੁੱਖ ਤੇ ਸਭ ਤੁਹਾਡੇ ਹੱਥ ਵਿੱਚ ਹੈ। ਕੁੱਲ ਕਾਇਨਾਤ ਦੀਆਂ ਚਾਬੀਆਂ ਤੁਹਾਡੇ ਕੋਲ ਹਨ। ਜਿਹੜਾ ਦੁੱਖ ਚਾਹੋ ਲਾ ਦਿਓ, ਜਿਹੜਾ ਚਾਹੋ ਹਟਾ ਲਓ। ਜਰਾ ਮਰਾ ਸਿਰਤ ਸਾਪ ਸਭ ਹਰ ਕੈ ਵਸ ਹੈ। ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਜਰਾ ਕਹਿੰਦੇ ਨੇ ਬੁਢੇਪੇ ਨੂੰ, ਮਰਾ ਕਹਿੰਦੇ ਨੇ ਮੌਤ ਨੂੰ। ਸਿਰਤ ਸਾਪ ਕਿਸੇ ਤਰ੍ਹਾਂ ਦਾ ਕੋਈ ਸਰੀਰ ਨੂੰ ਕਸ਼ਟ ਹੋਣਾ ਜਾਂ ਕਿਸੇ ਦਾ ਸਰਾਪ ਹੋਣਾ ਜਾਂ ਸੱਪ ਵਗੈਰਾ ਲੜ ਜਾਣੇ, ਇਦਾਂ ਦੀਆਂ ਆਦੀਆਂ ਵਿਆਧੀਆਂ ਉਪਾਧੀਆਂ ਕਈ ਕਿਸਮ ਦੇ ਦੁੱਖ ਸੰਤਾਪ ਬਿਮਾਰੀਆਂ ਰੋਗ ਮਹਾਰਾਜ ਤੁਹਾਡਾ ਨਾਮ ਲੈ ਕੇ ਹੀ ਦੂਰ ਹੋ ਜਾਂਦੇ ਹਨ। ਸਭ ਪ੍ਰਕਾਰ ਸਮਰੱਥ ਜਗਨਾਥ। ਆਪ ਜੀ ਦਾ ਹੁਕਮ ਸਾਰੀ ਸ੍ਰਿਸ਼ਟੀ ਤੇ ਚੱਲਦਾ ਹੈ। ਇਹ ਰੋਗ ਬਿਮਾਰੀਆਂ ਤਾਂ ਤੁਹਾਡੇ ਭੈ ਵਿੱਚ ਚੱਲਣ ਵਾਲੀਆਂ ਚੀਜ਼ਾਂ ਹਨ। ਮਾਤ ਜਾਏ ਅਵਲੋਕਨ ਕਰੈ। ਮਾਤਾ ਕਿਸ਼ਨ ਕੌਰ ਰੋਜ਼ ਸਤਿਗੁਰਾਂ ਦੇ ਕੋਲ ਬੈਠੀ ਰਹਿੰਦੀ ਹੈ ਤੇ ਮਹਾਰਾਜ ਦੇ ਚਿਹਰੇ ਵੱਲ, ਉਹਨਾਂ ਦੇ ਸਰੀਰ ਤੇ ਪਏ ਹੋਏ ਛਾਲਿਆਂ ਵੱਲ ਵੇਖ ਵੇਖ ਕੇ ਚਿੰਤਤ ਹੁੰਦੀ ਰਹਿੰਦੀ ਹੈ। ਲਿਖ ਹੈ ਗੁਰੂ ਗਤ ਚਿੰਤਾ ਧਰੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਜਨਮ ਦੇਣ ਵਾਲੀ ਮਾਤਾ ਕ੍ਰਿਸ਼ਨ ਕੌਰ ਸਤਿਗੁਰਾਂ ਦਾ ਹਾਲ ਵੇਖ ਕੇ ਬੜੀ ਚਿੰਤਾ ਕਰਦੀ ਹੈ। ਇੱਕ ਪੁੱਤਰ ਆਪਨ ਬਾਲਕ ਸੋਏ। ਤੇ ਮਾਤਾ ਵਿਚਾਰੀ ਚਿੰਤਤ ਇਸ ਕਰਕੇ ਆ ਵੀ ਇੱਕੋ ਪੁੱਤਰ ਹੈ ਤੇ ਉਹ ਵੀ ਬੱਚਾ ਹੈ, ਛੋਟੀ ਉਮਰ ਦਾ ਹੈ। ਪਤੀ ਦੇਵ ਮਹਾਰਾਜ ਸਿਰ ਤੋਂ ਆਪਣਾ ਛਾਇਆ ਲੈ ਕੇ ਸੱਚਖੰਡ ਚਲੇ ਗਏ ਨੇ ਗੁਰੂ ਹਰਿਰਾਏ ਸਾਹਿਬ ਜੀ। ਮਾਤਾ ਦਾ ਹੋਰ ਕੌਣ ਸਹਾਰਾ ਹੈ। ਦੂਜਾ ਜਿਹੜਾ ਬਾਬਾ ਰਾਮ ਰਾਏ, ਉਹ ਮਾਤਾ ਕੋਟ ਕਲਿਆਣੀ ਦੇ ਪੇਟ ਤੋਂ ਜੰਮਿਆ ਸੀਗਾ। ਗੁਰੂ ਸਾਹਿਬ ਜੀ ਦੇ 7 ਮਹਿਲ ਸਨ, ਇਹ 8 ਮਹਿਲ ਸਨ ਜਿਨ੍ਹਾਂ ਜੋ ਮਾਤਾ ਕੋਟ ਕਲਿਆਣੀ ਜੀ ਵੱਖਰੇ ਸਨ ਤੇ ਬਾਕੀ 7 ਭੈਣਾਂ ਸਨ। ਸੋ ਜਿਹੜੇ ਸਨ ਮਾਤਾ ਕਿਸ਼ਨ ਕੌਰ ਜੀ ਉਹ ਵੱਖਰੇ ਸਨ। ਉਹਨਾਂ ਦੇ ਪੇਟ ਤੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਹੋਇਆ ਹੈ। ਮਾਤਾ ਕੋਟ ਕਲਿਆਣੀ ਜੀ ਦੇ ਉਧਰ ਤੋਂ ਜੋ ਵੱਡੇ ਸਨ ਉਹ ਬਾਬਾ ਰਾਮ ਰਾਏ ਜੀ ਉਹਨਾਂ ਦੇ ਪੇਟ ਤੋਂ ਪੈਦਾ ਹੋਏ ਹਨ।
ਸੋ ਮਾਤਾ ਕੋਟ ਕਲਿਆਣੀ ਦਾ ਆਪਣੇ ਪੁੱਤਰ ਨਾਲ ਰਾਮ ਰਾਏ ਨਾਲ ਹੀ ਰਹਿੰਦੀ ਸੀ, ਤੇ ਜਿਹੜੇ ਮਾਤਾ ਕਿਸ਼ਨ ਕੌਰ ਜੀ ਸਨ, ਇਹ ਹੁਣ ਇਸ ਕਰਕੇ ਚਿੰਤਤ ਹਨ ਕਿ ਮੇਰਾ ਇੱਕੋ ਹੀ ਪੁੱਤਰ, ਤੇ ਉਹ ਵੀ ਏਡੇ ਭਾਰੀ ਕਸ਼ਟ ਵਿੱਚ ਆ ਗਿਆ ਹੈ। ਆਗਿਆ ਸੰਤਤ ਪਈ ਨ ਕੋਏ। ਤੇ ਅੱਗੇ ਇਹਨਾਂ ਦਾ ਅਜੇ ਵਿਆਹ ਵੀ ਨਹੀਂ ਕਰ ਸਕੇ, ਤੇ ਅਜੇ ਔਲਾਦ ਵੀ ਨਹੀਂ ਹੋਈ। ਸੰਤਾਨ ਜੇ 15-20 ਸਾਲ ਦੇ ਹੁੰਦੇ ਤਾਂ ਇਹਨਾਂ ਦਾ ਵਿਆਹ ਹੁੰਦਾ ਤੇ ਅੱਗੇ ਸੰਤਾਨ ਹੁੰਦੀ। ਹੁਣ ਇਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ, ਤੇ ਮਾਤਾ ਨੂੰ ਆਪਣੇ ਪੁੱਤਰ ਦੀ ਹਰ ਵੇਲੇ ਫਿਕਰ ਰਹਿੰਦੀ ਹੈ। ਦੇਖ ਦੇਖ ਦੁਖ ਪਾਏ ਵਿਚਾਰੀ। ਮਾਤਾ ਕਿਸ਼ਨ ਕੌਰ ਜੀ ਸਤਿਗੁਰਾਂ ਵੱਲ ਦੇਖ ਦੇਖ ਕੇ ਬੜਾ ਮਨ ਦੇ ਝੂਰਦੇ ਰਹਿੰਦੇ, ਦੁਖੀ ਹੁੰਦੇ ਰਹਿੰਦੇ ਹਨ। ਅਦਕ ਬਸੂਰਤ ਸੰਸਾ ਧਾਰੀ। ਮਨ ਵਿੱਚ ਝੂਰਦੇ, ਸੰਸਾ ਕਰਦੇ, ਪਤਾ ਨਹੀਂ ਕੀ ਬਣੇਗਾ, ਗੁਰੂ ਨਾਨਕ ਕੀ ਕਰੇਗਾ, ਏਦਾਂ ਦੀ ਚਿੰਤਾ ਹਰ ਵੇਲੇ ਬਣੀ ਰਹਿੰਦੀ ਹੈ। ਹੇ ਸਤ ਕਿਉ ਨਾ ਬਨ ਹੋ ਅਹਲਾਦੀ। ਤੇ ਮਾਤਾ ਕੋਲ ਬਹਿ ਕੇ ਕਹਿੰਦੀ ਹੈ, ਪੁੱਤਰ ਜੀ, ਹੇ ਪੁੱਤਰ, ਤੁਸੀਂ ਕਿਉਂ ਨਹੀਂ ਸੰਗਤਾਂ ਨੂੰ ਖੁਸ਼ੀਆਂ ਦਿੰਦੇ? ਤੁਹਾਡੇ ਤਾਂ ਇੱਕ ਬੋਲ ਦੇ ਨਾਲ ਸਾਰੀ ਸ੍ਰਿਸ਼ਟੀ ਸੁਖੀ ਹੋ ਜਾਂਦੀ ਹੈ, ਤੇ ਆਪ ਆਪਣਾ ਦੁੱਖ ਵੀ ਦੂਰ ਕਰ ਲਵੋ, ਤੇ ਛੇਤੀ ਛੇਤੀ ਉੱਠ ਕੇ ਸੰਗਤਾਂ ਨੂੰ ਦਰਸ਼ਨ ਦਿਓ। ਤੁਮ ਬੈਠੇ ਸ਼੍ਰੀ ਨਾਨਕ ਗਾਦੀ। ਤੁਸੀਂ ਬੜੀ ਵੱਡੀ ਭਾਰੀ ਜ਼ਿੰਮੇਵਾਰੀ ਸਾਂਭੀ ਹੈ, ਤੁਹਾਡੇ ਮੋਢਿਆਂ ਤੇ ਬੜਾ ਵੱਡਾ ਭਾਰ ਹੈ। ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਵਿਰਾਜਮਾਨ ਹੋਏ ਹੋ। ਕਿਆ ਇਹ ਦਸ਼ਾ ਆਰੰਭਨ ਕੀਨ। ਇਹ ਤੁਸੀਂ ਕਿਹੜਾ ਸੁਆਂਗ ਰਚਿਆ ਹੈ? ਇਹ ਕਿਹੜੀ ਦਸ਼ਾ ਦੇ ਵਿੱਚ ਤੁਸੀਂ ਪਹੁੰਚ ਗਏ ਹੋ? ਐਡਾ ਭਾਰੀ ਕਸ਼ਟ ਕਿਉਂ ਆਪਣੇ ਸਰੀਰ ਤੇ ਲੈ ਰਹੇ ਹੋ ਮਹਾਰਾਜ ਜੀ? ਸਤਿਗੁਰ ਕੋ ਕਰ ਆਨੰਦ ਬਹੀਨ। ਗੁਰੂ ਦੇ ਘਰ ਵਿੱਚ ਅੱਜ ਖੁਸ਼ੀ ਨਹੀਂ ਰਹੀ। ਅੱਜ ਗੁਰੂ ਨਾਨਕ ਦੇ ਘਰ 'ਚ ਗਮੀਆਂ ਛਾ ਗਈਆਂ ਨੇ। ਸੰਗਤਾਂ ਬਹੁਤ ਉਦਾਸ ਨੇ। ਜਿੱਥੇ ਜਿੱਥੇ ਸਿੱਖ ਬੈਠੇ ਨੇ, ਆਪ ਜੀ ਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੇ ਨੇ। ਆਪ ਅਲੰਬ ਸੰਗਤਾ ਕੇਰੀ। ਹੇ ਪੁੱਤਰ ਜੀ, ਤੁਸੀਂ ਇਸ ਗੁਰੂ ਨਾਨਕ ਦੇ ਜਹਾਜ਼ ਦੇ ਮਲਾਹ ਹੋ, ਸੰਗਤਾਂ ਦਾ ਸਹਾਰਾ ਆਸਰਾ ਹੋ। ਚੌਦਸ਼ ਕੀ ਚਲ ਆਏ ਕਨੇਰੀ। ਹਜ਼ਾਰਾਂ ਸੰਗਤਾਂ ਚੌਹਾਂ ਪਾਸਿਆਂ ਤੋਂ ਆਪ ਜੀ ਦੇ ਚਰਨਾਂ 'ਚ ਚੱਲ ਚੱਲ ਕੇ ਆਉਂਦੀਆਂ ਹਨ। ਸਭ ਬਿਦ ਕੀ ਜਾਚਤ ਹੈ ਸ਼ੇਮ। ਹੇ ਮਹਾਰਾਜ, ਤੁਹਾਡੇ ਕੋਲੋਂ ਸਭ ਤਰ੍ਹਾਂ ਦੇ ਨਾਲ ਸੰਗਤਾਂ ਕਲਿਆਣ ਚਾਹੁੰਦੀਆਂ ਨੇ, ਮੁਕਤੀ ਚਾਹੁੰਦੀਆਂ ਨੇ। ਦੇਤ ਆਪ ਜਿਹ ਸ਼ਰਧਾ ਨੇਮ। ਜਿਨ੍ਹਾਂ ਦੇ ਮਨ 'ਚ ਸ਼ਰਧਾ ਹੈ, ਉਹਨਾਂ ਨੂੰ ਆਪ ਜੀ ਇਹ ਦਾਤਾਂ ਦਿੰਦੇ। ਸਾਧ ਸੰਗਤ ਜੀ, ਸਭ ਕੁਛ ਹੈ ਘਰ ਕਿਸ ਕੈ, ਬਲਰਾਮ ਜੀਓ। ਮਹਾਰਾਜ ਦੇ ਘਰ ਸਾਰਾ ਕੁਝ ਹੀ ਹੈ। ਸਿਰਫ ਇੱਕ ਚੀਜ਼ ਸਿੱਖ ਕੋਲ ਚਾਹੀਦੀ ਹੈ, ਉਹਨੂੰ ਕਹਿੰਦੇ ਸ਼ਰਧਾ। ਜੇ ਸ਼ਰਧਾ ਹੋਵੇ ਤੇ ਫਿਰ ਗੁਰੂ ਤੋਂ ਸਾਰਾ ਕੁਝ ਮਿਲ ਜਾਂਦਾ ਹੈ। ਨਿਜ ਤਨ ਦਿਸ਼ ਕਿਉ ਦੇਖਤ ਨਾਹੀ। ਇਹ ਸਤਿਗੁਰੂ ਜੀ ਆਪਣੇ ਸਰੀਰ ਵੱਲ ਕਿਉਂ ਨਹੀਂ ਦੇਖਦੇ? ਐਡਾ ਭਾਰੀ ਕਸ਼ਟ ਆਪ ਜੀ ਦੇ ਸਰੀਰ ਤੇ ਆਇਆ ਹੈ। ਆਪ ਜੀ ਐਡਾ ਭਾਰੀ ਦੁੱਖ ਆਪਣੇ ਸਰੀਰ ਤੇ ਕਿਉਂ ਹੰਢਾ ਰਹੇ ਹੋ? ਅਜਹੁ ਬਾਲ ਆਰਬ ਲਮਾਹੀ। ਅਜੇ ਤਾਂ ਤੁਹਾਡੀ ਬਾਲ ਅਵਸਥਾ ਹੈ। ਇਹ 7.5 ਸਾਲ ਦੀ, ਪੌਣੇ 8 ਸਾਲ ਦੀ ਉਮਰ ਕੋਈ ਉਮਰ ਹੁੰਦੀ ਹੈ? ਮਹਾਰਾਜ, ਇੰਨੀ ਉਮਰ ਦੇ ਵਿੱਚ ਆਪ ਇੰਨਾ ਕਸ਼ਟ ਭੋਗ ਰਹੇ ਹੋ। ਪੂਰਬ ਤੇ ਬੈਠੇ ਚਲ ਆਈ। ਮਹਾਰਾਜ ਸੱਚੇ ਪਾਤਸ਼ਾਹ ਜੀਓ, ਅਲਾਇਕ ਬਨੇ ਪਾਏ ਗੁਰਿਆਈ। ਆਪ ਜੀ ਮਹਾਰਾਜ ਗੁਰਤਾ ਗੱਦੀ ਦੇ ਲਾਇਕ ਜਾਣ ਕੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਤੁਹਾਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਵਾਇਆ ਹੈ। ਅਸਨਹ ਕਰਹੁ ਮਿਟ ਹੈ ਗੁਰਗਾਦੀ। ਐਸਾ ਨਾ ਕੋਈ ਭਾਣਾ ਵਰਤਾਇਆ ਜੇ ਗੁਰਤਾ ਗੱਦੀ ਚੱਲੀ ਆਈ ਗੁਰੂ ਨਾਨਕ ਦੇਵ ਜੀ ਤੋਂ। ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਨ ਲੱਗੇ। ਇਹ ਗੁਰਤਾ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਵਿਰਾਜਮਾਨ ਕਰਾ ਗਏ। ਅੱਗੇ ਲੜੀ ਚਲਦੀ ਆਈ। ਤੀਸਰੇ ਪਾਤਸ਼ਾਹ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, 8ਵੀਂ ਥਾਂ ਤੇ ਹੁਣ ਤੁਸੀਂ ਗੱਦੀ ਤੇ ਬੈਠੇ ਹੋ। ਸੋਢੀ ਸਭ ਸ਼ਰੀਕ ਸੋ ਬਾਦੀ। ਕਿਤੇ ਐਸਾ ਨਾ ਹੋਵੇ ਕਿ ਗੁਰਤਾ ਗੱਦੀ ਦੀ ਪਰੰਪਰਾ ਖਤਮ ਹੋ ਜਾਵੇ। ਸੋਢੀ ਸ਼ਰੀਕ ਹਨ, ਉਹ ਤਾਂ ਤੁਹਾਡੇ ਨਾਲ ਈਰਖਾ ਕਰਨਗੇ ਤੇ ਗੁਰਤਾ ਗੱਦੀ ਤੇ ਕਬਜ਼ਾ ਕਰਨ ਦੀ ਸੋਚਣਗੇ। ਤਿਨ ਕੋ ਤਜ ਤੁਮਰੇ ਕਰ ਆਈ। ਸਾਰਿਆਂ ਸੋਢੀਆਂ ਨੂੰ ਛੱਡ ਕੇ
ਮਹਾਰਾਜ ਦੀ ਇਹ ਗੱਦੀ ਤੁਹਾਡੇ ਕੋਲ ਆਈ ਹੈ। ਕਰਹੁ ਜੋਗਤਾ ਜੀਵਨ ਪਾਈ। ਹੁਣ ਤੁਸੀਂ ਕਿਰਪਾ ਕਰਕੇ ਇਸ ਗੱਦੀ ਨੂੰ ਸੰਭੋ ਤੇ ਆਪਣਾ ਜੀਵਨ ਲੰਮਾ ਕਰੋ। ਤੁਹਾਡੀ ਲਾਈਫ, ਤੁਹਾਡੀ ਜ਼ਿੰਦਗੀ ਚਾਹੀਦੀ ਹੈ। ਸਾਰੀਆਂ ਸੰਗਤਾਂ ਇਸੇ ਲਈ ਅਰਦਾਸਾਂ ਬੇਨਤੀਆਂ ਕਰ ਰਹੀਆਂ ਨੇ। ਦੇਖ ਸ਼ਰੀਰ ਮਾਤ ਇਮ ਕਹੈ। ਮਾਤਾ ਕਿਸ਼ਨ ਕੌਰ ਸਤਿਗੁਰੂ ਜੀ ਦਾ ਸਰੀਰ ਛਾਲੇ ਛਾਲੇ ਹੋਇਆ ਵੇਖ ਕੇ ਰੋਜ਼ ਇਦਾਂ ਕਹਿੰਦੀ ਰਹਿੰਦੀ ਹੈ। ਭਈ ਦੀਨ ਔਰ ਜਰਤ ਹੈ। ਔਰ ਬੜੀ ਦੀਨ ਮਨੀ ਜੀ ਹੋ ਕੇ ਕੋਲ ਬੈਠੀ ਆਪਣੇ ਇੱਕ ਪੁੱਤਰ ਵੱਲ ਵੇਖੀ ਜਾਂਦੀ ਹੈ। ਇੱਕ ਪੁੱਤਰਾ ਮਾਂ, ਤੇ ਉਹ ਮਾਂ ਦਾ ਪੁੱਤਰ ਏਦਾਂ ਮੰਜੇ ਤੇ ਪਿਆ ਹੋਵੇ, ਉਹਨੂੰ ਕਿੱਥੇ ਚੈਨ ਆਉਂਦਾ, ਨਾ ਮਾਤਾ ਨੂੰ ਰੋਟੀ ਚੰਗੀ ਲੱਗਦੀ ਹੈ, ਨਾ ਪਾਣੀ ਦਾ ਘੁੱਟ ਅੰਦਰ ਲੰਘਦਾ ਹੈ, ਤੇ ਨਾ ਰਾਤਾਂ ਨੂੰ ਨੀਂਦ ਆਉਂਦੀ ਹੈ। ਮਾਤਾ ਕਿਸ਼ਨ ਕੌਰ ਜੀ ਸਤਿਗੁਰੂ ਜੀ ਵੱਲ ਵੇਖ ਵੇਖ ਕੇ ਬੜੇ ਹੀ ਪਰੇਸ਼ਾਨ ਹੁੰਦੇ ਹਨ। ਸੁਨ ਕਰ ਸ਼੍ਰੀ ਹਰਿ ਕ੍ਰਿਸ਼ਨ ਕਿਰਪਾਲਾ। ਆਪਣੀ ਮਾਤਾ ਦੀ ਹਾਲਤ ਵੇਖ ਕੇ ਤੇ ਉਹਦੇ ਇਹ ਬਚਨ ਸੁਣ ਕੇ ਦੇ ਜਨਨੀ ਕੋ ਤੀਰ ਬਸਾਲਾ। ਸਤਿਗੁਰੂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਾਤਾ ਨੂੰ ਧੀਰਜ ਦਿੰਦੇ ਹਨ। ਰਜੀ ਬਿਦਾਤੇ ਹੋ ਨੀ ਸੋਏ। ਮਾਤਾ ਜੀ, ਜੋ ਵਾਹਿਗੁਰੂ ਨੇ, ਪਰਮੇਸ਼ਰ ਨੇ ਭਾਣਾ ਵਰਤਾਣਾ ਹੈ, ਜੋ ਉਹਨੇ ਵਿਧ ਬਣਾਈ ਹੈ, ਉਹੀ ਹੋ ਕੇ ਰਹਿਣੀ ਹੈ। ਵਾਹਿਗੁਰੂ ਦਾ ਹੁਕਮ ਕਿਸੇ ਤੋਂ ਮੇਟਿਆ ਨਹੀਂ ਜਾ ਸਕਦਾ। ਮਿਟਾ ਨ ਕਰੇ ਉਪਾਏ ਜੇ ਕੋਏ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਜੋ ਕਰਤੇ ਵਾਹਿਗੁਰੂ ਨੇ ਲਿਖ ਦਿੱਤੇ ਨੇ, ਉਸ ਨੂੰ ਸੰਸਾਰ ਦੇ ਵਿੱਚ ਕੋਈ ਵੀ ਨਹੀਂ ਮਿਟਾ ਸਕਦਾ। ਜੇ ਨਹਿ ਹੋਨੀ ਬਨ ਹੈ ਸੋ ਨਾਹੀ। ਜਿਹੜੀ ਵਾਹਿਗੁਰੂ ਨੇ, ਪ੍ਰਮਾਤਮਾ ਨੇ ਨਹੀਂ ਕਰਨੀ, ਉਹ ਹੁੰਦੀ ਨਹੀਂ, ਤੇ ਜਿਹੜੀ ਉਹਨੇ ਕਰਨੀ ਹੈ ਉਹ ਟਲਦੀ ਨਹੀਂ। ਉਹਦੇ ਭਾਣੇ ਵਿੱਚ ਸੰਸਾਰ ਦਾ ਸਾਰਾ ਵਿਹਾਰ ਚੱਲਦਾ ਹੈ। ਕਰਹਿ ਜਤਨ ਸਕਲ ਬਲ ਮਾਹੀ। ਆਪਣੇ ਬਲ ਦੇ ਨਾਲ ਯਤਨ ਕਰਨ ਵਾਲੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਵਾਹਿਗੁਰੂ ਦਾ ਭਾਣਾ ਨਹੀਂ ਮਿਟਾ ਸਕਦੇ, ਉਹਦੀ ਰਜਾ ਨੂੰ ਨਹੀਂ ਬਦਲ ਸਕਦੇ। ਸਾਚੀ ਸ਼੍ਰੀ ਨਾਨਕ ਕੀ ਗਾਦੀ। ਬਾਕੀ ਮਾਤਾ ਜੀ, ਇਸ ਗੱਦੀ ਦਾ ਫਿਕਰ ਨਾ ਕਰੋ। ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਸੱਚੀ ਗੱਦੀ ਹੈ। ਸੰਗਤ ਬਿਖੈ ਸਦੀਵ ਆਬਾਦੀ। ਇਹ ਗੁਰੂ ਕੀਆਂ ਸੰਗਤਾਂ ਦੇ ਵਿੱਚ ਇਦਾਂ ਹੀ ਗੱਦੀ ਚੱਲਦੀ ਰਹਿਣੀ ਹੈ। ਇਸ ਗੱਦੀ ਦੇ ਸਦਾ ਹੀ ਝੰਡੇ ਝੂਲਣੇ ਹਨ। ਗੁਰੂ ਨਾਨਕ ਦਾ ਡੰਕਾ ਸਦਾ ਹੀ ਵੱਜਦਾ ਰਹਿਣਾ ਹੈ। ਅਬਚਲ ਨੀਵ ਹੈ ਗੁਰ ਕੇਰੀ। ਗੁਰੂ ਘਰ ਦੀ ਨੀਂਹ ਅਬਚਲ ਹੈ, ਚਲਾਏਮਾਨ ਨਹੀਂ ਹੋ ਸਕਦੀ। ਰਹਿ ਸਦਾ ਦਿੜ ਸੁਖਦ ਬਡੇਰੀ। ਔਰ ਸਦਾ ਹੀ ਇਹ ਜਿਹੜੀ ਗੁਰਤਾ ਗੱਦੀ ਹੈ ਸਦਾ ਹੀ ਸਥਿਰ ਰਹੇਗੀ। ਇਹ ਸੁਖ ਦੇਣ ਵਾਲਾ ਸੰਸਾਰ ਨੂੰ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਰਾਜ ਅਬਚਲ ਰਾਜ ਹੈ। ਇਹਦੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਤੂੰ ਮਮ ਮਾਤ ਨ ਇਮ ਬਨ ਆਵੈ। ਤੁਸੀਂ ਸਾਡੇ ਮਾਤਾ ਜੀ ਹੋ, ਤੁਹਾਨੂੰ ਇਸ ਤਰ੍ਹਾਂ ਚਿੰਤਾ ਕਰਨੀ ਸੋਭਦੀ ਨਹੀਂ। ਤੁਸੀਂ ਉਦਾਸ ਹੋ ਕੇ ਬੈਠੇ ਹੋ, ਤੁਹਾਨੂੰ ਏਦਾਂ ਉਦਾਸ ਨਹੀਂ ਹੋਣਾ ਚਾਹੀਦਾ। ਮਾਤਾ ਜੀ, ਤੁਸੀਂ ਗੁਰਬਾਣੀ ਪੜ੍ਹੋ, ਪਰਮੇਸ਼ਰ ਤੇ ਭਰੋਸਾ ਰੱਖੋ। ਜੋ ਵਾਹਿਗੁਰੂ ਦੀ ਆਗਿਆ ਹੋ ਰਹੀ ਹੈ ਉਹਨੂੰ, ਹੁਕਮ ਨੂੰ ਮੰਨੋ। ਸਮ ਅਪਰਨ ਕੇ ਮੋਹ ਉਪਾਵੈ। ਹੋਰ ਲੋਕਾਂ ਦੀ ਤਰ੍ਹਾਂ ਮੋਹ ਕਰਨਾ ਚੰਗੀ ਗੱਲ ਨਹੀਂ ਹੈ। ਪ੍ਰਭ ਮਰਜ਼ੀ ਮਹਿ ਰਹੋ ਨਿਤ ਰਾਜ਼ੀ। ਪ੍ਰਭੂ ਦੀ ਮਰਜ਼ੀ ਦੇ ਵਿੱਚ ਰਾਜੀ ਰਹਿਣਾ, ਇਹੀ ਸਾਡਾ ਧਰਮ ਹੈ। ਤੁਸੀਂ ਵੀ ਮਾਤਾ ਜੀ ਵਾਹਿਗੁਰੂ ਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ ਰਾਜੀ ਰਹੋ। ਜਗ ਰਚਨਾ ਜਾਣਹੁ ਅਸਪਾਜੀ। ਇਹ ਸੰਸਾਰ ਦੀ ਜਿਹੜੀ ਰਚਨਾ ਹੈ, ਇਹਦਾ ਇੱਕ ਸੁਪਨਾ ਹੀ ਹੈ। ਜਿਉਂ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਨ। ਇੱਕ ਪਾਜ ਹੈ, ਇੱਕ ਜਾਦੂਗਰੀ ਦੀ ਖੇਡ ਹੈ, ਇੱਕ ਪਖੰਡ ਹੈ, ਝੂਠਾ ਵਿਖਾਵਾ ਹੀ ਹੈ। ਇਹ ਸੁਪਨੇ ਦੀ ਨਿਆਈ ਜਾਦੂਗਰ ਦੀ ਖੇਡ ਦੀ ਤਰ੍ਹਾਂ ਇਹ ਸਾਰਾ ਤਮਾਸ਼ਾ ਹੀ ਹੈ। ਥਿਰਣਾ ਰਹਿ ਨਿਤ ਬਿਨ ਸੰਹਾਰੀ। ਇਹ ਜਿਹੜਾ ਨਾਟਕ ਹੈ, ਇਹ ਪਰਮੇਸ਼ਰ ਨੇ ਬੜਾ ਵਿਚਿੱਤਰ ਨਾਟਕ ਬਣਾਇਆ ਹੈ। ਇਹਦੇ ਰੰਗ ਢੰਗ ਬਦਲਦੇ ਰਹਿੰਦੇ, ਛਿਨ ਪ੍ਰਤੀ ਛਿਨ, ਕਿਤੇ ਟਿਕਦਾ ਨਹੀਂ। ਨਾਟਕ ਦਾ ਮਤਲਬ ਹੈ ਨਾ ਟਿਕ, ਜੋ ਟਿਕੇ ਨਾ, ਚੱਲਦਾ ਹੀ ਰਵੇ। ਸੀਨ ਅੱਗੇ ਦੀ ਅੱਗੇ ਚੱਲੀ ਜਾਂਦੀ ਹੈ ਕਹਾਣੀ। ਲੱਖਾਂ ਕਰੋੜਾਂ ਸਾਲ ਹੋ ਗਏ ਨੇ। ਇਸ ਕਰਕੇ ਇਹਨੂੰ ਮਹਾਰਾਜ ਨੇ ਵਿਚਿੱਤਰ ਨਾਟਕ ਕਿਹਾ, 10ਵੇਂ ਪਾਤਸ਼ਾਹ ਨੇ। ਮਹਾਰਾਜ ਕਹਿੰਦੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ
ਜਗਤ ਤਮਾਸ਼ਾ, ਇਹ ਜਗਤ ਤਮਾਸ਼ਾ ਹੈ। ਤੇ ਗੁਰੂ 8ਵੇਂ ਪਾਤਸ਼ਾਹ ਕਹਿੰਦੇ ਮਾਤਾ ਜੀ ਇਹਦੇ ਸੀਨ ਬਦਲਦੇ ਹੀ ਰਹਿਣੇ ਹਨ। ਇਸ ਮਹਿ ਪ੍ਰੀਤ ਸਮਤ ਨਹ ਧਾਰੀ। ਸ੍ਰੇਸ਼ਟ ਪੁਰਸ਼, ਗਿਆਨੀ ਪੁਰਸ਼, ਜਾਣਕਾਰ, ਉਹ ਇਸ ਸੰਸਾਰ ਦੀ ਝੂਠੀ ਖੇਡ ਵਿੱਚ ਪ੍ਰੀਤ ਨਹੀਂ ਕਰਦੇ। ਉਹ ਇਹਨੂੰ ਸੱਚਾ ਸਮਝ ਕੇ ਉਲਝਦੇ ਨਹੀਂ ਹਨ। ਹਰ ਚੰਦੌਰੀ ਜਿਮ ਕਨ ਛਾਇਆ। ਇਹ ਰਾਜੇ ਹਰੀ ਚੰਦ ਦੀ ਹਰ ਚੰਦੌਰੀ ਵਰਗਾ ਝੂਠਾ ਹੀ ਪਸਾਰਾ ਹੈ। ਜਿਵੇਂ ਭਾਦਰੋਂ ਦੇ ਮਹੀਨੇ 'ਚ ਤਾਰੇ ਇਉਂ ਦਿਸਦੇ ਆ ਵੀ ਅਸਮਾਨ 'ਚ ਇੱਕ ਸ਼ਹਿਰ ਵਸਿਆ ਹੋਵੇ, ਉੱਥੇ ਬਿਜਲੀਆਂ ਜਗਦੀਆਂ, ਹੈ ਤਾਂ ਤਾਰੇ ਹੀ ਨੇ, ਪਰ ਲੱਗਦਾ ਵੀ ਹਰੀ ਚੰਦ ਰਾਜੇ ਦੀ ਨਗਰੀ ਬਣੀ ਹੋਈ ਹੈ। ਜਦੋਂ ਰਾਜਾ ਹਰੀ ਚੰਦ ਆਪਣੇ ਧਰਮ ਦੇ ਵਿੱਚ ਬਚਨ ਦੇ ਵਿੱਚ ਪੂਰਾ ਨਿਤਰਿਆ ਤੇ ਉਸ ਨੂੰ ਭਗਵਾਨ ਨੇ ਕਿਹਾ ਵੀ ਮੰਗ ਕੀ ਮੰਗਦਾ ਹੈ? ਕਹਿਣ ਲੱਗਾ ਜਿੰਨੀ ਮੇਰੀ ਨਗਰੀ ਹੈ ਨਾ, ਮੇਰੇ ਨਾਲ ਹੀ ਸੱਚਖੰਡ ਜਾਵੇ। ਉਹਨਾਂ ਆਖਿਆ ਤਥਾਸਤੂ। ਸਾਰੀ ਨਗਰੀ ਸਣੇ ਸੱਚਖੰਡ ਨੂੰ ਤੁਰ ਪਿਆ। ਤਾਂ ਕਹਿੰਦੇ ਜਦੋਂ ਅੱਧ ਵਿਚਕਾਰ ਪਹੁੰਚਿਆ ਤੇ ਖੋਤਾ ਹਿਣਕ ਪਿਆ। ਵਜ਼ੀਰ ਨੂੰ ਪੁੱਛਦਾ, ਕਹਿੰਦਾ ਇਹ ਗਧਾ ਕਿੱਥੋਂ ਆਵਾਜ਼ ਆ ਗਈ? ਕਹਿੰਦੇ ਵੀ ਜੀ ਤੁਹਾਡਾ ਪ੍ਰਤਾਪ ਹੈ ਵੀ ਜਿੰਨੇ ਵੀ ਤੁਸੀਂ ਨਗਰ ਦੇ ਜੀ ਨਾਲ ਲੈ ਚੱਲਿਓ ਤੇ ਗਧੇ ਥੋੜਾ ਥੱਲੇ ਰਹਿ ਜਾਣੇ ਸੀਗੇ, ਉਹ ਵੀ ਨਾਲ ਜਾ ਰਹੇ ਨੇ। ਉੱਥੇ ਰਾਜੇ ਹਰੀ ਚੰਦ ਨੂੰ ਹੰਕਾਰ ਹੋ ਗਿਆ। ਕਹਿੰਦਾ ਦੇਖੋ ਮੇਰੀ ਭਗਤੀ ਕਿ ਮੇਰੇ ਕਰਕੇ ਕਦੇ ਵੀ ਸੱਚਖੰਡ ਚੱਲੇ। ਉੱਥੇ ਹੀ ਰੋਕਤਾ ਪਰਮੇਸ਼ਰ ਨੇ। ਉਹ ਫਿਰ ਕਹਿੰਦੇ ਨਾ ਧਰਤੀ ਤੇ ਨਾ ਅਸਮਾਨ, ਵਿਚਕਾਰ ਹਰ ਚੰਦੌਰੀ। ਬਾਣੀ 'ਚ ਬੜੀ ਜਗ੍ਹਾ ਤੇ ਇਹਦੀ ਗੁਰੂ ਸਾਹਿਬ ਨੇ ਐਗਜ਼ਾਮਪਲ ਦਿੱਤੀ, ਹਰ ਚੰਦੌਰੜੀ ਅਸਥਿਰ ਕਛ ਨਾਹੀ। ਸੋ ਹਰੀ ਚੰਦ ਦੀ ਉਹ ਨਗਰੀ ਹੈ ਨਹੀਂ, ਪਰ ਦਿਸਦੀ ਹੈ, ਬਣਾਵਟੀ ਨਕਰੀ ਹੈ, ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਹੈ ਕੋਈ ਨਹੀਂ, ਬਸ ਪ੍ਰਤੀਤੀ ਮਾਤਰ ਦਿਸ ਰਿਹਾ ਵੀ ਹੈ ਕੁਛ ਨਹੀਂ ਹੈ। ਇਹ ਸੁਪਨਾ, ਸੁਪਨੇ ਦੀ ਕੋਈ ਚੀਜ਼ ਸਵੇਰੇ ਦਾ ਆਪਾਂ ਦੇਖਦੇ ਹਾਂ, ਜਾਗਰਤ ਅਵਸਥਾ 'ਚ ਆ ਕੇ ਸੁਪਨ ਅਵਸਥਾ ਦੀ ਕੋਈ ਚੀਜ਼ ਨਹੀਂ ਰਹਿੰਦੀ। ਤੇ ਸੁਪਨ ਅਵਸਥਾ ਦੀਆਂ ਚੀਜ਼ਾਂ ਜਿਹੜੀਆਂ ਨੇ, ਜਾਗਰਤ ਅਵਸਥਾ ਦੀਆਂ ਜਿਹੜੀਆਂ ਚੀਜ਼ਾਂ ਨੇ, ਉਹ ਗੂੜੀ ਨੀਂਦ ਵਿੱਚ ਨਹੀਂ ਰਹਿੰਦੀਆਂ। ਇਸ ਕਰਕੇ ਸਭ ਕੁਝ ਬਦਲਦਾ ਹੈ। ਮਹਾਰਾਜ ਕਹਿੰਦੇ ਸਾਰਾ ਪਰਿਵਰਤਨਸ਼ੀਲ ਹੈ ਸੰਸਾਰ। ਸੁਪਨਾ ਜਿਮ ਬਾਜੀ ਕਰ ਮਾਇਆ। ਜਿਵੇਂ ਬਾਜੀਗਰ ਦੀ ਮਾਇਆ ਹੁੰਦੀ ਹੈ, ਜਾਦੂਗਰ ਦੀ, ਇਹ ਸੁਪਨੇ ਦੀ ਤਰ੍ਹਾਂ ਸੰਸਾਰ ਇੱਕ ਸੁਪਨਾ, ਇੱਕ ਜਾਦੂਗਰ ਦੀ ਖੇਡ ਹੈ। ਇਨਹ ਸਾਚ ਲਖ ਕਰ ਦ੍ਰਿੜ ਕਹਾ। ਜਿਹੜਾ ਇਹਨਾਂ ਨੂੰ ਸੱਚ ਸਮਝ ਕੇ ਪਕੜਦਾ ਹੈ, ਕਹਾ ਸੁਪਾਨੀ ਨਿਜ ਕਰ ਲਹਾ। ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਜਿਵੇਂ ਕੋਈ ਪਾਣੀ ਨੂੰ, ਸਮੁੰਦਰ ਨੂੰ ਆਪਣੀ ਬੁੱਕ 'ਚ ਉਲੀਚਣਾ ਚਾਹਵੇ, ਨਹੀਂ ਉਲੀਚ ਸਕਦਾ। ਇਸੇ ਤਰ੍ਹਾਂ ਇਹ ਪ੍ਰਾਪਤ ਨਹੀਂ ਹੁੰਦੀਆਂ ਚੀਜ਼ਾਂ ਜਿਹੜੀਆਂ ਇਹ ਸੁਪਨੇ ਦੀ ਖੇਡ ਹੈ, ਜਾਦੂਗਰ ਦੀ ਖੇਡ ਹੈ, ਹਰ ਚੰਦੌਰੜੀ ਹੈ, ਇਹ ਅਸਥਿਰ ਨਹੀਂ ਹਨ। ਹਾਂਜੀ, ਬਿਨ ਸਹ ਕੋ ਆਗਾ ਕੋ ਪਾਛੇ। ਕੋਈ ਅੱਗੇ ਤੇ ਕੋਈ ਪਿੱਛੇ। ਮਾਤਾ ਜੀ ਇਸ ਦੁਨੀਆ ਤੋਂ ਚਲੇ ਜਾਂਦੇ ਸਾਰੇ ਹੀ। ਇਸ ਮਹਿ ਮੂਰਖ ਥਿਰਤਾ ਬਾਛੇ। ਮੂਰਖ ਬੰਦੇ ਇਹਦੇ ਵਿੱਚ ਸਦਾ ਰਹਿਣਾ ਚਾਹੁੰਦੇ। ਉਹ ਸਮਝਦੇ ਆ ਵੀ ਦੂਜੇ ਮਰ ਰਹੇ ਆ, ਮੈਂ ਤੇ ਇੱਥੇ ਹੀ ਰਹਿਣਾ ਹੈ, ਇਹ ਸਰੀਰ ਮੇਰਾ ਇਦਾਂ ਹੀ ਰਹਿਣਾ ਹੈ, ਇਹ ਪਰਿਵਾਰ ਮੇਰਾ ਇਦਾਂ ਹੀ ਰਹਿਣਾ, ਇਹ ਘਰ-ਬਾਰ ਮੇਰਾ ਇਦਾਂ ਹੀ ਰਹਿਣਾ, ਇਹ ਬਾਲ ਬੱਚੇ ਆ, ਲੈਣ ਦੇਣ ਸਾਰਾ ਇਦਾਂ। ਪਰ ਇਹ ਮੂਰਖਤਾ ਕਰਕੇ ਪ੍ਰਤੀਤ ਹੁੰਦਾ ਹੈ, ਅਹਿਸਾਸ ਹੁੰਦਾ ਹੈ ਨਹੀਂ ਕੁਛ ਵੀ। ਹਾਂਜੀ, ਚੱਲਿਓ ਜਾਤ ਜਿਮ ਨਦੀ ਪ੍ਰਵਾਹੂ। ਮਹਾਰਾਜ ਕਹਿੰਦੇ ਜਿਵੇਂ ਨਦੀ ਦਾ ਪਾਣੀ ਪਿੱਛੋਂ ਆਈ ਜਾਂਦਾ, ਅੱਗੇ ਜਾਈ ਜਾਂਦਾ, ਰੁਕਦਾ ਨਹੀਂ। ਇਹਦਾ ਨਦੀ ਦੇ ਪ੍ਰਵਾਹ ਦੀ ਤਰ੍ਹਾਂ ਇਹ ਸੰਸਾਰ ਪਿੱਛੋਂ ਆ ਰਿਹਾ ਤੇ ਅੱਗੇ ਜਾ ਰਿਹਾ, ਇਹਦਾ ਪ੍ਰਵਾਹ ਰੁਕਣਾ ਨਹੀਂ, ਕਦੀ ਵੀ ਨਹੀਂ ਰੁਕਣਾ। ਭਰਿਓ ਰਹਿ ਤੇ ਖੇਤ ਬਿਦਤਾਹੂ। ਕਹਿੰਦੇ ਏਦਾਂ ਲੱਗਦਾ ਵੀ ਨਦੀ ਇੱਥੇ ਹੀ ਹੈ, ਪਰ ਨਦੀ ਦਾ ਪਾਣੀ ਤਾਂ ਜਾ ਰਿਹਾ। ਪਰ ਏਦਾਂ ਸੰਸਾਰ ਅੱਜ ਤੋਂ 100 ਸਾਲ ਪਹਿਲਾਂ ਵੀ ਏਦਾਂ ਹੀ ਦਿਸਦਾ ਸੀ, 1000 ਸਾਲ ਪਹਿਲਾਂ ਵੀ ਏਦਾਂ ਹੀ ਦਿਸਦਾ ਸੀ, ਅੱਗੇ ਵੀ ਏਦਾਂ ਦਿਸਦਾ। ਪਰ ਪਾਣੀ ਜਿਵੇਂ ਨਦੀ 'ਚ ਦਿਸਦਾ ਹੈ, ਪਰ ਉਹ ਤੁਰਦਾ ਵੀ ਜਾਂਦਾ ਨਾਲ ਨਾਲ। ਹਾਂਜੀ, ਉਪਜਨ ਬਿਨਸਨ ਕਾਰ ਹਮੇਸ਼ਾ। ਏਦਾਂ ਇਹ ਸੰਸਾਰ 'ਚ ਜੰਮਣ ਤੇ ਮਰਨ ਦੀ ਕਾਰ ਹਮੇਸ਼ਾ ਚੱਲਦੀ ਰਹਿੰਦੀ ਹੈ। ਸਭ ਕੇ ਸੀਸ ਠਠੀ ਜਗਦੇਸ਼। ਇਹ ਪਰਮਾਤਮਾ ਨੇ ਸਾਰਿਆਂ ਦੇ ਸਿਰ ਦੇ ਉੱਤੇ ਕਾਲ ਭਗਵਾਨ ਦਾ ਪਹਿਰਾ ਲਾਇਆ ਹੋਇਆ ਹੈ। ਇਮ ਵਿਚਾਰ ਕਰ ਧੀਰਜ ਧਾਰੋ। ਇਸ ਤਰ੍ਹਾਂ ਮਾਤਾ ਜੀ ਵਿਚਾਰ ਕਰਕੇ ਧੀਰਜ ਰੱਖੋ, ਹੌਸਲਾ ਰੱਖੋ। ਪ੍ਰਭ ਕ੍ਰਿਤ ਸਮਝ ਸ਼ੋਕ ਨਿਰਵਾਰ ਹੋ। ਪਰਮੇਸ਼ਰ ਦਾ ਭਾਣਾ ਮੰਨ ਕੇ, ਉਹਦੀ ਕਿਰਤ ਸਮਝ ਕੇ ਸ਼ੋਕ ਨਾ ਕਰੋ। ਸੁਨਤ ਪੁੱਤਰ ਕੇ ਬਾਕਨ ਮਾਤਾ। ਮਾਤਾ ਕਿਸ਼ਨ ਕੌਰ ਜੀ ਆਪਣੇ ਪਿਆਰੇ ਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਚਨ ਸੁਣ ਕੇ ਚੱਕ ਜਲ ਜਾਤਨ ਤੇ ਜਲ ਜਾਤਾ। ਕੋਲ ਬੈਠੀ ਹੋਈ ਅੱਖਾਂ ਵਿੱਚੋਂ ਹੰਝੂ ਸੁੱਟਣ ਲੱਗ ਜਾਂਦੀ ਹੈ।
ਤੇ ਆਪਣੀ ਚੁੰਨੀ ਨਾਲ ਆਪਣੇ ਹੰਝੂ ਪੂੰਝਦੀ ਹੈ। ਦੂਸ਼ਣ ਪਈ ਨ ਬੋਲੀ ਫੇਰ। ਗੁਰਬਾਣੀ ਪੜਨ ਵਾਲੀ ਮਾਤਾ ਹੈ, ਨਾਮ ਬਿਆਸੀ ਮਾਤਾ ਹੈ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਤਨੀ ਹੈ ਔਰ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਾਤਾ ਹੈ। ਪਰ ਫਿਰ ਵੀ ਮਾਂ ਵਾਲਾ ਦਿਲ ਜਿਹੜਾ ਹੈ ਨਾ ਉਹ ਫੇਰ ਫਿਸ ਜਾਂਦਾ ਹੈ, ਫਿਰ ਅੱਖਾਂ ਵਿੱਚੋਂ ਹੰਝੂ ਵਗ ਜਾਂਦੇ ਨੇ, ਚੁੱਪ ਕਰ ਜਾਂਦੀ ਹੈ। ਕੀ ਕਰ ਸਕਦੀ ਹੈ ਵਿਚਾਰੀ ਮਾਤਾ, ਬੇਬਸ ਹੈ। ਤੇਰੇ ਸੁਤ ਤਨ ਸੋਚ ਬਟੇਰ। ਆਪਣੇ ਪਿਆਰੇ ਪੁੱਤਰ ਦਾ ਸਰੀਰ ਇਸ ਤਰ੍ਹਾਂ ਛਾਲੇ ਛਾਲੇ ਹੋਇਆ ਵੇਖ ਕੇ ਬਹੁਤ ਜ਼ਿਆਦਾ ਮਾਤਾ ਚਿੰਤਤ ਹੁੰਦੀ ਹੈ। ਔਰੰਗ ਕੋ ਨਰ ਸੁਧ ਕੋ ਆਵੈ। ਉਧਰੋਂ ਔਰੰਗਜ਼ੇਬ ਦੇ ਬੰਦੇ ਰੋਜ਼ ਮਹਾਰਾਜ ਦੀ ਖਬਰ ਲੈਣ ਵਾਸਤੇ ਬਾਲਾ ਸਾਹਿਬ ਆਉਂਦੇ ਨੇ। ਬਹੁਰ ਜਾਏ ਅਹਵਾਲ ਸੁਣਾਵੈ। ਔਰੰਗੇ ਨੂੰ ਜਾ ਕੇ ਦੱਸਦੇ ਨੇ ਵੀ ਅੱਜ ਸਰੀਰ ਦਾ ਇਹ ਹਾਲ ਹੈ, ਅੱਜ ਸਰੀਰ ਦਾ ਇਹ ਹਾਲ ਹੈ, ਅੱਜ ਇਹ ਹੈ। ਜਿਹੜੀ ਰੋਜ਼ ਦੀ ਖਬਰ ਹੁੰਦੀ ਹੈ ਉਹ ਬਾਦਸ਼ਾਹ ਨੂੰ ਉਹਦੇ ਬੰਦੇ ਦੱਸਦੇ ਰਹਿੰਦੇ ਹਨ। ਅਦਕ ਸੀਤਲਾ ਕੇ ਵਿਸਫੋਟ। ਜਾ ਕੇ ਕਰਮਚਾਰੀਆਂ ਨੇ ਦੱਸਿਆ ਹੈ, ਹੇ ਬਾਦਸ਼ਾਹ ਸਲਾਮਤ, ਸਤਿਗੁਰੂ ਜੀ ਦੇ ਸਰੀਰ ਦੇ ਬਹੁਤ ਜ਼ਿਆਦਾ ਛਾਲੇ ਸੀਤਲਾ ਦੇ ਹੋ ਗਏ ਨੇ। ਪਿਲ ਪਿਲ ਕਰਤ ਵੱਡੇ ਕੋ ਛੋਟ। ਵੱਡੇ ਛੋਟੇ ਜਿਹੜੇ ਮਹਾਰਾਜ ਦੇ ਸਰੀਰ ਤੇ ਛਾਲੇ ਨੇ ਪਿਲ ਪਿਲ ਕਰਦੇ ਨੇ। ਸੁਨਤ ਸ਼ਾਹ ਨਿਸ਼ਚੈ ਮਨ ਜਾਣਾ। ਬਾਦਸ਼ਾਹ ਨੇ ਸੁਣ ਕੇ ਨਿਸ਼ਚਾ ਕੀਤਾ ਪਿਨ ਸਹ ਤਨ ਜਿਮ ਸਰਾਪ ਬਖਾਨਾ। ਕਿ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਹੁਣ ਬਚਣਗੇ ਨਹੀਂ। ਜੋ ਬਾਬੇ ਰਾਮ ਰਾਏ ਨੇ ਕਿਹਾ ਸੀ ਨਾ ਵੀ ਇਹ ਸੀਤਲਾ ਦੇ ਖਾਜੇ ਬਣਨਗੇ, ਸੀਤਲਾ ਇਹਨਾਂ ਨੂੰ ਖਾ ਜਾਏਗੀ, ਉਹ ਗੱਲ ਬਿਲਕੁਲ ਸੱਚੀ ਹੋਣੀ ਹੈ। ਕਹਿਓ ਨ ਬਿਰਥਾ ਇਨ ਕੋ ਜਾਤ। ਇਹ ਬਾਬੇ ਰਾਮ ਰਾਏ ਦੀ ਜ਼ੁਬਾਨ ਤੋਂ ਨਿਕਲਿਆ ਬਚਨ ਵੀ ਖਾਲੀ ਨਹੀਂ ਜਾਂਦਾ। ਪਰਖਿਓ ਕਈ ਬਾਰ ਸਭ ਭਾਂਤ। ਇਹ ਅੱਗੇ ਕਈ ਵਾਰੀ ਔਰੰਗਜ਼ੇਬ ਪਰਖ ਚੁੱਕਾ ਹੈ। ਆਪਨ ਸਭਾ ਮਹਿ ਕੇਤਕ ਬਾਰਾ। ਆਪਣੀ ਸਭਾ ਦੇ ਵਿੱਚ ਵੀ ਉਹਨੇ ਦੇਖਿਆ ਸੀ ਬਾਬਾ ਰਾਮ ਰਾਏ ਜੋ ਮੂੰਹ ਤੋਂ ਬੋਲਦਾ ਸੀ ਉਹੀ ਹੁੰਦਾ ਸੀ। ਗੁਰ ਪ੍ਰਸੰਗ ਕੋ ਬਦਨ ਉਚਾਰਾ। ਤੇ ਗੁਰੂ ਸਾਹਿਬ ਜੀ ਦੀ ਗੱਲਬਾਤ ਕਈ ਵਾਰੀ ਕਚਹਿਰੀ ਵਿੱਚ ਬਾਦਸ਼ਾਹ ਕਰਦਾ ਸੀ। ਜੈਪੁਰ ਨਾਥ ਸਾਥ ਬਹੁਬਾਰੀ। ਬਾਬਾ ਰਾਮ ਰਾਏ ਦਾ ਬਹੁਤ ਜ਼ਿਆਦਾ ਈਰਖਾ ਕਰਦਾ ਸੀ ਨਾ ਗੁਰੂ ਸਾਹਿਬ ਨਾਲ, ਇਸ ਕਰਕੇ ਰਾਜਾ ਜੈ ਸਿੰਘ ਦੇ ਨਾਲ ਬਾਦਸ਼ਾਹ ਗੱਲਬਾਤ ਖੁੱਲ ਕੇ ਕਰ ਲੈਂਦਾ ਸੀ। ਊਜ ਵਾਰਤਾ ਕਰਤ ਉਚਾਰੀ। ਔਰ ਕਈ ਵਾਰੀ ਗੁਰੂ ਸਾਹਿਬ ਦੀਆਂ ਗੱਲਾਂ ਬਾਤਾਂ ਕਚਹਿਰੀ 'ਚ ਹੁੰਦੀਆਂ ਰਹਿੰਦੀਆਂ, ਅਕਸਰ ਹੁੰਦੀਆਂ ਰਹਿੰਦੀਆਂ ਸਨ। ਬ੍ਰਿੰਦ ਮਸੰਦ ਬਿਲੰਦ ਸੁਚਿੰਤ। ਗੁਰੂ ਘਰ ਦੇ ਮੁਖੀਏ ਮਸੰਦ, ਵੱਡੇ ਵੱਡੇ ਭਾਈ ਗੁਰੂ ਬਖਸ਼ ਵਰਗੇ, ਮਤੀ ਦਾਸ ਵਰਗੇ, ਦਰਗਾਹ ਮੱਲ ਵਰਗੇ ਮੁਖੀਏ ਸਿੱਖ ਬੜੇ ਚਿੰਤਤ ਸਨ ਵੀ ਕੀ ਭਾਣਾ ਵਰਤੇਗਾ, ਹੁਣ ਕੀ ਕਰਾਂਗੇ। ਦਿੱਲੀ ਸ਼ਹਿਰ 'ਚ ਬੈਠੇ ਆ, ਮਹਾਰਾਜ ਦਾ ਸਰੀਰ ਕਸ਼ਟ ਵਿੱਚ ਹੈ ਤੇ ਅੱਗੇ ਕੁਝ ਸੁਝਦਾ ਨਹੀਂ। ਇਸ ਗੁਰੂ ਨਾਨਕ ਦਾ ਪੰਥ ਜਿਹੜਾ ਐਡਾ ਵੱਡਾ ਇਹ ਗੁਰਤਾ ਗੱਦੀ ਦਾ ਕੀ ਬਣੇਗਾ। ਜੇ ਸਤਿਗੁਰਾਂ ਦਾ ਕੋਈ ਬੱਚਾ ਹੁੰਦਾ ਤੇ ਉਹਨੂੰ ਗੱਦੀ ਤੇ ਬਿਠਾ ਦਿੰਦੇ, ਜਾਂ ਕੋਈ ਹੋਰ ਸੇਵਕ ਵੀ ਚੰਗਾ ਹੁੰਦਾ, ਆਗਿਆਕਾਰੀ ਪੂਰਨ ਅਵਸਥਾ ਦਾ ਮਾਲਕ, ਉਹ ਗੁਰਤਾ ਗੱਦੀ ਤੇ ਬੈਠਦਾ। ਇਹ ਗੁਰਤਾ ਗੱਦੀ ਜਣੇ ਖਣੇ ਨੂੰ ਤਾਂ ਬਿਠਾਇਆ ਨਹੀਂ ਨਾ ਜਾ ਸਕਦਾ। ਜਿਹਦੀ ਅਵਸਥਾ ਗੁਰੂ ਨਾਨਕ ਸਾਹਿਬ ਵਾਲੀ ਹੋਵੇਗੀ ਉਹਨੂੰ ਹੀ ਗੱਦੀ ਤੇ ਬਿਠਾਣਾ, ਹਰ ਇੱਕ ਨਹੀਂ ਇਸ ਗੱਦੀ ਤੇ ਬੈਠ ਸਕਦਾ। ਮਿਲ ਮਿਲ ਬਹੁ ਵਿਚਾਰ ਬਿਰਤਾਂਤ। ਮਿਲ ਮਿਲ ਕੇ ਬਹੁਤ ਸਾਰੀਆਂ ਵਿਚਾਰਾਂ ਕਰਦੇ ਹਨ। ਕਰਤਾ ਗਾਦੀ ਨਹਿ ਮਿਟ ਜਾਏ। ਸੋਚਦੇ ਨੇ ਸਿੱਖ ਮਸੰਦ ਮੁਖੀਏ ਗੁਰੂ ਘਰ ਦੇ ਵੀ ਕਿਤੇ ਗੁਰਤਾ ਗੱਦੀ ਦੀ ਇੱਥੇ ਸਮਾਪਤੀ ਨਾ ਹੋ ਜਾਵੇ। ਹਮ ਅਲੰਬ ਜਿਸ ਕੇ ਸਮੁਦਾਏ। ਅਸੀਂ ਸਾਰੇ ਗੁਰਤਾ ਗੱਦੀ ਦੇ ਆਸਰੇ ਤੇ ਹਾਂ। ਗੁਰੂ ਨਾਨਕ ਦਾ ਪੰਥ ਚੱਲ ਰਿਹਾ ਹੈ। ਜੇ ਗੁਰਤਾ ਗੱਦੀ ਸਮਾਪਤ ਹੋ ਗਈ, ਗੁਰੂ ਦਾ ਪੰਥ ਖਿੰਡ ਜਾਵੇਗਾ। ਸੰਗਤ ਮਿਲ ਹੈ ਸੁਨਤ ਪਛਤਾਵੇ ਹੈ। ਸੰਗਤ ਸਾਰੀ ਇਕੱਠੀ ਹੁੰਦੀ ਹੈ, ਸੁਣ ਕੇ ਪਛਤਾਉਂਦੀ ਹੈ। ਹਮ ਕਿਸ ਕੇ ਪੁਨ ਦਰਸ਼ਨ ਪਾਵੇ ਹੈ। ਸੰਗਤ ਸੋਚਦੀ ਹੈ ਵੀ ਅਸੀਂ ਕਿਹਦੇ ਦਰਸ਼ਨ ਕਰਾਂਗੇ, ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਬਿਨਾਂ ਸਾਡਾ ਕੀ ਬਣੇਗਾ। ਸਕਲ ਕਾਮਨਾ ਸਿੱਖਿਅਨ ਦਾਨੀ। ਸਿੱਖਾਂ ਦੇ ਸਾਰੇ ਮਨੋ ਕਾਮਨਾ ਪੂਰਨ ਕਰਨ ਵਾਲੇ, ਸਾਰੇ ਫਲਾਂ ਦੇ ਦਾਤੇ ਸਤਿਗੁਰੂ 8ਵੇਂ ਪਾਤਸ਼ਾਹ ਜੀ। ਜੋ ਜਾਚ ਹੈ ਸਭ ਪੂਰਨ ਠਾਨੀ। ਜੋ ਇਹਨਾਂ ਕੋਲੋਂ ਮੰਗੀਏ ਉਹੀ ਮਿਲ ਜਾਂਦਾ ਹੈ। ਮੰਦ ਭਾਗ ਬਹੁ ਪਏ ਹਮਾਰੇ। ਸਾਡੇ ਕਰਮ ਮਾੜੇ ਅੱਗੇ ਆ ਗਏ ਨੇ ਕਿ ਸਾਡਾ ਸਤਿਗੁਰੂ
ਸਾਡੇ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਸ ਹਾਲਤ 'ਚ ਪਹੁੰਚ ਗਏ ਨੇ। ਜਿਸ ਤੇ ਗੁਰ ਨਹ ਪਰਹ ਨਿਹਾਰੇ। ਸਤਿਗੁਰਾਂ ਦੇ ਦਰਸ਼ਨ ਵੀ ਨਹੀਂ ਖੁੱਲੇ ਹੋ ਰਹੇ, ਜਦੋਂ ਕਿ ਰੋਜ਼ ਦਰਸ਼ਨ ਕਰਕੇ ਮਹਾਰਾਜ ਦੇ ਪ੍ਰਸ਼ਾਦਾ ਛਕੀਦਾ ਸੀ, ਤੇ ਹੁਣ ਸਤਿਗੁਰੂ ਜੀ ਦੀ ਸਰੀਰ ਦੀ ਹਾਲਤ ਐਸੀ ਹੈ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਵੀ ਔਖੇ ਹੋ ਗਏ ਨੇ। ਜਿਨ ਕੋ ਦਰਸ਼ਨ ਪਾਵਨ ਕਰੈ। ਜਿਨ੍ਹਾਂ ਦੇ ਦਰਸ਼ਨ ਪ੍ਰਾਪਤ ਕਰਕੇ ਜਨਮ ਅਨੇਕ ਪਾਪ ਪਰ ਹਰੈ। ਅਨੇਕਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ। ਇਤਿਆਦਿਕ ਸਭ ਹਿਨ ਮਹਿਰਾਰਾ। ਇਸ ਪ੍ਰਕਾਰ ਦਾ ਰੌਲਾ ਗੁਰੂ ਕੀਆਂ ਸੰਗਤਾਂ ਸਿੱਖਾਂ ਮਸੰਦਾਂ ਵਿੱਚ ਪੈ ਗਿਆ ਹੈ। ਪੁਰ ਮਹਿ ਪਇਓ ਅਨਕ ਹੀ ਠਾਰਾ। ਦਿੱਲੀ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ 'ਚ ਵੀ ਸਿੱਖ ਜਿੱਥੇ ਬੈਠਦੇ ਨੇ ਉੱਥੇ ਵੀ ਇਹ ਚਰਚਾ ਚੱਲਦੀ ਹੈ, ਅਤੇ ਗੁਰੂ ਘਰ ਦੇ ਵਿੱਚ ਵੀ ਇਹ ਚਰਚਾ ਚੱਲਦੀ ਹੈ। ਰਾਮ ਰਾਏ ਸੁਨ ਕੈ ਸਦਸਾਰੀ। ਬਾਬਾ ਰਾਮ ਰਾਏ ਜੀ ਨੂੰ ਜਦੋਂ ਇਹ ਖਬਰ ਮਿਲੀ ਹੈ, ਬੁਰਾ ਭਲਾ ਨਹਿ ਕਰਤ ਉਚਾਰੀ। ਕੁਝ ਬੋਲਦੇ ਨਹੀਂ, ਨਾ ਹੁਣ ਬੁਰਾ ਬੋਲਦੇ ਨਾ ਭਲਾ ਬੋਲਦੇ। ਕਿਉਂ ਨਹੀਂ ਬੋਲਦੇ? ਜੇ ਬੁਰਾ ਬੋਲਾਂਗਾ ਤਾਂ ਲੋਕ ਕਹਿਣਗੇ ਦੇਖੋ ਭਰਾ ਮੌਤ ਦੇ ਮੂੰਹ 'ਚ ਪਿਆ ਹੋਇਆ ਤੇ ਇਹ ਪੁੱਠੀਆਂ ਗੱਲਾਂ ਕਰਦਾ। ਜੇ ਚੰਗਾ ਕਹਾਂਗਾ ਤੇ ਲੋਕ ਕਹਿਣਗੇ ਵੀ ਪਹਿਲਾਂ ਸ਼ਰਾਪ ਦਿੱਤਾ ਸੀ ਹੁਣ ਚੰਗਾ ਬੋਲਦਾ। ਇਸ ਕਰਕੇ ਬਾਬਾ ਰਾਮ ਰਾਏ ਕੁਛ ਨਹੀਂ ਬੋਲਦੇ। ਭਰਾਤ ਪਰਸਪਰ ਜੇ ਬਚ ਕਹੈ। ਹਾਂ, ਭਾਈ ਸਾਹਿਬ ਲਿਖਦੇ ਆ ਵੀ ਜੇ ਭਰਾ ਆਪਸ ਵਿੱਚ ਕੋਈ ਇਦਾਂ ਦੇ ਤੀਰ ਛੱਡ ਦੇਣ, ਕੋ ਸਮਰਥ ਹਟਾਵਨ ਚਾਹੈ। ਕਹਿੰਦੇ ਫਿਰ ਉਹਨੂੰ ਕੋਈ ਹਟਾ ਨਹੀਂ ਸਕਦਾ। ਜਿੱਥੇ ਵੀ ਭਾਈਆਂ ਵਿੱਚ ਝਗੜਾ ਹੋਇਆ ਨਾ ਉੱਥੇ ਨੁਕਸਾਨ ਹੀ ਨੁਕਸਾਨ ਹੁੰਦਾ ਹੈ। ਇਸ ਕਰਕੇ ਸਿਆਣੇ ਬੰਦੇ ਭਾਈਆਂ ਦੀ ਲੜਾਈ ਨੂੰ ਟਾਲਦੇ। ਹਾਂਜੀ, ਸ਼੍ਰੀ ਨਾਨਕ ਕੀ ਜੋਤ ਅਪਾਰਾ। ਗੁਰੂ ਨਾਨਕ ਦੇਵ ਜੀ ਦੀ ਜੋਤ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਵਿੱਚ। ਕੋ ਨਹਿ ਪਾਇ ਸਕਹਿ ਤਿਹ ਪਾਰਾ। ਉਹਨਾਂ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਅੰਤ ਨਹੀਂ ਪਾ ਸਕਦਾ। ਸ਼੍ਰੀ ਹਰਿ ਕ੍ਰਿਸ਼ਨ ਮਹਾ ਸਮਰੱਥ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪੂਰਨ ਗੁਰੂ ਨਾਨਕ ਦਾ ਰੂਪ ਹਨ, ਸਰਬ ਕਲਾ ਸਮਰੱਥ ਹਨ। ਸਕਲ ਬਾਰਤਾ ਜਿਨ ਕੇ ਹੱਥ। ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਹੈ। ਅੰਗੀਕਾਰ ਤਉ ਬਚ ਕਰਿਓ। ਫਿਰ ਵੀ ਆਪਣੇ ਭਰਾ ਦਾ ਸਰਾਪ ਨਹੀਂ ਮੋੜਿਆ, ਅੰਗੀਕਾਰ ਕੀਤਾ ਹੈ। ਜੋ ਭਰਾਤਾ ਕਰ ਬੈਰ ਉਚਰਿਓ। ਭਾਵੇਂ ਭਾਈ ਨੇ ਤਾਂ ਵੈਰ ਨਾਲ ਹੀ ਕਿਹਾ ਸੀ, ਬੜੀ ਈਰਖਾ ਨਾਲ ਕਿਹਾ ਸੀ, ਸੜਦੇ ਮਨ ਨਾਲ ਕਿਹਾ ਸੀ ਵੀ ਸ੍ਰੀ ਹਰਿਕ੍ਰਿਸ਼ਨ ਜੀ ਸੀਤਲਾ ਦੇ ਖਾਜੇ ਬਣਨਗੇ। ਬਹੁ ਕਾਰਨ ਤਿਸ ਮਹਿ ਮਨ ਜਾਣੇ। ਉਹਦੇ ਵਿੱਚ ਬੜੇ ਕਾਰਨ ਜਾਣ ਕੇ, ਕਿਉਂਕਿ ਗੁਰੂ ਸਾਹਿਬ ਨੂੰ ਕੋਈ ਸਰਾਪ ਨਹੀਂ ਦੇ ਸਕਦਾ, ਨਾ ਗੁਰੂ ਸਾਹਿਬ ਤੇ ਕਿਸੇ ਦੇ ਸਰਾਪ ਦਾ ਕੋਈ ਅਸਰ ਹੋ ਸਕਦਾ, ਪਰ ਉਹਦੇ ਵਿੱਚ ਇੱਕ ਰਮਜ ਸੀ ਬੜੀ ਵੱਡੀ। ਉਹਨੂੰ ਵਿਚਾਰ ਕੇ ਗੁਰ ਸ਼੍ਰੀ ਤੇਗ ਬਹਾਦਰ ਠਾਨੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦੇਣੀ ਸੀ। ਇਹ ਵੀ ਵਿਧ ਬਣਨੀ ਸੀ ਜੋ ਗੁਰੂ ਹਰਗੋਬਿੰਦ ਸਾਹਿਬ ਕਹਿ ਗਏ ਸੀ ਮਾਤਾ ਨਾਨਕੀ ਨੂੰ ਵੀ ਤੇਰਾ ਪੁੱਤਰ ਵੀ ਗੱਦੀ ਤੇ ਬੈਠੇਗਾ। ਉਹ ਸਮਾਂ ਵੀ ਆਉਣਾ ਸੀ। ਤਿਨਕੇ ਸੁਤ ਹੈ ਪੰਥ ਚਲਾਵਨ। ਤੇ ਉਹਨਾਂ ਦੇ ਘਰ ਇੱਕ ਮਹਾਬਲੀ ਪੁੱਤਰ ਹੋਵੇਗਾ ਜੇ ਖਾਲਸਾ ਪੰਥ ਸਾਜੇਗਾ, ਔਰ ਉਹ ਪੁੱਤਰ ਬੜਾ ਬਲੀ ਯੋਧਾ ਸੂਰਮਾ ਹੋਵੇਗਾ। ਉਹ ਹਿੰਦੁਸਤਾਨ ਦੇ ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ ਸੁੱਟੇਗਾ। ਐਡਾ ਪ੍ਰਤਾਪੀ ਅਵਤਾਰੀ ਪੁਰਸ਼ ਹੋਵੇਗਾ ਜਿਹੜੇ ਕਾਰਜ ਅਸੀਂ 6ਵੇਂ ਜਾਮੇ 'ਚ ਆਰੰਭੇ ਹਨ ਉਹ 10ਵੇਂ ਜਾਮੇ 'ਚ ਪੂਰਨ ਕਰੇਗਾ। ਇਹ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਗਏ ਸਨ, ਗਨ ਤੁਰ ਕਰ ਕੀ ਜਰਾ ਨਸਾਵਨ। ਤੁਰਕਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਅਵਤਾਰ ਧਾਰ ਕੇ ਆਵੇਗਾ, ਬਾਕ ਪਿਤਾਮੇ ਪਿਤ ਸਫਲਾਵੈ। ਔਰ ਆਪਣੇ ਦਾਦਾ ਜੀ ਦੀ ਤਰ੍ਹਾਂ ਉਹ ਕਰੇਗਾ ਤੇ ਇਹ ਵਚਨ ਪੂਰੇ ਹੋਣਗੇ। ਹਮ ਤਨ ਤਜਹ ਸਕਲ ਬਨ ਆਵੈ। ਤੇ ਗੁਰੂ 8ਵੇਂ ਪਾਤਸ਼ਾਹ ਸੋਚਦੇ ਉਹ ਤਾਂ ਹੀ ਹੋਵੇਗਾ ਜੇ ਅਸੀਂ ਚੋਲਾ ਛੱਡਾਂਗੇ, ਅਸੀਂ ਸਰੀਰ ਛੱਡਾਂਗੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਆਉਣਗੇ ਤੇ ਤਾਂ ਹੀ 10ਵੇਂ ਪਾਤਸ਼ਾਹ ਦਾ ਅਵਤਾਰ ਹੋਵੇਗਾ। ਗੁਰ ਸਰ ਬਕੇ ਵਿਸਾਲ ਉਦਾਰਾ। ਜਾਣੀ ਜਾਣ 8ਵੇਂ ਪਾਤਸ਼ਾਹ ਆਉਣ ਵਾਲੇ ਸਮੇਂ ਦੀ ਸਾਰੀ ਵਾਰਤਾ ਨੂੰ ਜਾਣ ਕੇ ਤਿਆਰੀਆਂ ਕਰ ਬੈਠੇ ਹਨ। ਇਤਿਆਦਿਕ ਸਬਰ ਦਾ ਵਿਚਾਰਾ। ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਮਨ ਵਿੱਚ ਵਿਚਾਰੀਆਂ ਹਨ ਗੁਰੂ ਜੀ ਨੇ। ਚਾਹਤ ਭੇ ਸਰੀਰ ਕੋ ਤਿਆਗਨ। ਤੇ ਚਾਹੁੰਦੇ ਆ ਵੀ ਹੁਣ ਇਹ ਚੋਲਾ ਤਿਆਗ ਦਈਏ। ਦੇ ਕਰ ਦਰਸ ਸਿੱਖ ਅਨੁਰਾਗਨ। ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਤੇ ਹੁਣ ਸੱਚਖੰਡ ਜਾਣ ਦੀਆਂ ਤਿਆਰੀਆਂ ਕਰਨ ਲੱਗੇ ਐ। ਕਾਰਨ ਕਰਨ ਆਪ ਸਭ ਜਾਣੈ। ਮਹਾਰਾਜ ਕਾਰਨ ਕਰਨ ਜਾਣੀ ਜਾਣ ਅੰਤਰਜਾਮੀ ਆਪ ਹੀ ਸਭ ਕੁਝ ਜਾਣਦੇ ਹਨ। ਡਰ ਅਜਾਨ ਕਹਾ ਤਿਨਹੁ ਬਖਾਨੈ। ਕਹਿੰਦੇ ਅਣਜਾਣ ਲੋਕ ਉਹਨਾਂ ਦੀ ਮਹਿਮਾ ਨਹੀਂ ਜਾਣ ਸਕਦੇ। ਸੋ ਇਸ ਤਰ੍ਹਾਂ ਸਤਿਗੁਰੂ 8ਵੇਂ ਪਾਤਸ਼ਾਹ ਜੀ ਤਿਆਰੀ ਕਰ ਲਈ।
ਸੱਚਖੰਡ ਵੱਲ ਕਿਸ ਤਰ੍ਹਾਂ ਚਾਲੇ ਪਾਏ ਹੋ ਕਥਾ ਆਪ ਜੀ ਅੱਗੇ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ।